पंजाब ਦੇ ਪਿੰਡਾਂ ਦੇ ਵਿੱਚ ਕੇਸ ਵਧਨੇ ਸ਼ੁਰੂ ਹੋ ਗਏ ਨੇ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਦੇ ਲਈ ਬੜਾ ਹੀ ਰਾਹਤ ਭਰਿਆ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਟੀਕਾ ਵੀ ਖਤਮ ਹੋਣ ਵਾਲਾ ਹੈ, ਆਕਸੀਜਨ ਵੀ ਖਤਮ ਹੋਣ ਵਾਲੀ ਹੈ। ਪੰਜਾਬ ਦੇ ਵਿੱਚ ਤੁਹਾਨੂੰ ਲੁੱਟਣ ਵਾਲੇ ਦੁਕਾਨਦਾਰਾਂ ਦੀ ਹੁਣ ਖੈਰ ਨਹੀਂ ਹੋਵੇਗੀ। ਮਹਿੰਗੇ ਰੇਟ ਤੇ ਕੋਈ ਵੀ ਚੀਜ਼ ਨਹੀਂ ਵੇਚੀ ਜਾ ਸਕਦੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। बुलेटिन दे विच सब तो पहला पंजाब दियां अपडेट्स तुहानू दसांगे। पंजाब दे विच ऑक्सीजन बहुत घट रह गई है। एक है पंजाब दे मुख मंत्री कैप्टन अमरिंदर सिंह ने दस्सिया कि 10,000 मरीज ने जिहड़े इस वक्त पंजाब दे विच ऑक्सीजन सपोर्ट ते ने। केंद्र सरकार नू चिट्ठी लिखी है, प्रधानमंत्री नरेंद्र मोदी नू चिट्ठी लिखी है ते गृह मंत्री अमित शाह नू भी ये चिट्ठी लिखी गई है, जिस दे विच पंजाब लई 20 होर ऑक्सीजन दे टैंकर भेजण दी मंग कीती है। मुख मंत्री कैप्टन अमरिंदर सिंह ने मुख मंत्री कैप्टन अमरिंदर सिंह ने जिहड़ी ये चिट्ठी लिखी है LMO यानी कि लिक्विड मैन्युफैक्चरिंग ऑक्सीजन दे लई इस दे विच जानकारी दित्ती गई है केंद्र सरकार नू कि जिहड़ी ऑक्सीजन है वो सानू हरियाणा दे पानीपत तो, उत्तराखंड देहरादून ते रुड़की तो आउंदी है। इस दे नाल एक बहुत वड्डी मंग है जिहड़ी कैप्टन अमरिंदर सिंह ने कीती है। याद करवाया कि 2 हफ्ते पहला भी मैं तुहाडे ध्यान दे विच लिआंदा सी कि असी सरकार नू ये सलाह देना चाहुंदे आ कि साडी जिहड़ी लोकल इंडस्ट्री है उस नू इजाजत जे दे दित्ती जावे पाकिस्तान तो ऑक्सीजन मंगवाउण दी, क्योंकि वो असी वाघा अटारी बॉर्डर दे जरिए बहुत ही सौखे तरीके दे नाल मंगवा सकदे आ। कमर्शियल इंपोर्ट है जिहड़ी LMO दी यानी कि लिक्विड ऑक्सीजन दी वो करन दी इजाजत दित्ती जावे। ते कैप्टन ने कहा कि मैं दोबारा तुहानू ये बेनती करदा कि जल्दी ऑक्सीजन है जिहड़ी वो पंजाब तक भेजण लई तुसीं आग्ञा जिहड़ी है वो दिओ, इस नूं प्रवानगी दिओ ताकि पंजाब दे विच करोना दे मरीज़ां नूं बचाया जा सके जिहड़े कि ऑक्सीजन दे खुणों मरदे जा रहे ने। दूसरी जिहड़ी अहम खबर, पंजाब दे विच करोना दे टीके भी खत्म हो रहे ने। इस बारे भी पंजाब दे मुख मंत्री कैप्टन अमरिंदर सिंह ने जानकारी दित्ती है। कहा कि हुण इस वक्त पंजाब दे विच सिर्फ 50,000 करोना दे टीके ने जिहड़े वो रह गए ने। मुख मंत्री कैप्टन अमरिंदर सिंह ने दस्सिया कि 1 ਤੋਂ 15 मई तक केंद्र सरकार ने जिहड़ी टीकिਆਂ ਦੀ ਵੰਡ ਕੀਤੀ ਹੈ ਉਸ ਮੁਤਾबिक ਸਾਨੂੰ यानी कि पंजाब ਨੂੰ 1 ਤੋਂ 15 मई तक 6 ਲੱਖ ਟੀਕਿਆਂ ਦੀ ਡੋਜ਼ ਹੈ ਜਿਹੜੀ ਉਹ ਮਿਲਣੀ ਹੈ, ਜਿਹੜੀ ਕਿ ਇੱਕ ਦਿਨ ਦੇ ਵਿੱਚ ਸਿਰਫ 40,000 ਟੀਕੇ ਬਣਦੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਡਾਕਟਰ ਹਰਸ਼ਵਰਧਨ ਜਿਹੜੇ ਕਿ ਦੇਸ਼ ਦੇ ਸਿਹਤ ਮੰਤਰੀ ਹੈਗੇ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਜਿਹੜੀ ਟੀਕਿਆਂ ਦੀ ਵੰਡ ਹੈ ਉਸ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ ਤੇ ਪੰਜਾਬ ਦੇ ਲਈ ਟੀਕਿਆਂ ਦੀ ਖੇਪ ਹੈ ਜਿਹੜੀ ਉਹ ਵੱਧ ਭੇਜੀ ਜਾਵੇ, ਕਿਉਂਕਿ ਜਨਸੰਖਿਆ ਦੇ ਹਿਸਾਬ ਨਾਲ ਪੋਪੂਲੇਸ਼ਨ ਦੇ ਹਿਸਾਬ ਨਾਲ ਇੱਥੇ ਟੀਕੇ ਜ਼ਿਆਦਾ ਚਾਹੀਦੇ ਨੇ। ਤੇ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਕਰਨ ਦੇ ਲਈ ਕੈਟਾਗਰੀਜ਼ ਵੀ ਤਿਆਰ ਕਰ ਲਈਆਂ ਗਈਆਂ ਨੇ, ਗਰੁੱਪ ਬਣਾਏ ਗਏ ਨੇ। ਗਰੁੱਪ A ਦੇ ਵਿੱਚ ਮੁਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਟੀਕੇ ਲਾਏ ਜਾਣਗੇ। ਗਰੁੱਪ B ਦੇ ਵਿੱਚ ਹੁਸ਼ਿਆਰਪੁਰ, ਪਠਾਨਕੋਟ, ਮੁਹਾਲੀ, ਫਰੀਦਕੋਟ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹੇ ਹੋਣਗੇ। ਬਾਕੀ ਜਿਹੜੇ ਜ਼ਿਲ੍ਹੇ ਬਚੇ ਨੇ ਉਹ C ਗਰੁੱਪ ਦੇ ਵਿੱਚ ਆਉਣਗੇ। ਗਰੁੱਪ A ਦੇ ਜ਼ਿਲ੍ਹਿਆਂ ਦੇ ਲਈ 50% ਦੀ ਵੈਕਸੀਨ ਨੂੰ ਰਾਖਵਾਂ ਰੱਖਿਆ ਜਾਵੇਗਾ, B ਦੇ ਲਈ 30% ਦੀ ਵੈਕਸੀਨ ਨੂੰ ਤੇ ਗਰੁੱਪ C ਦੇ ਲਈ 20% ਦੀ ਵੈਕਸੀਨ ਰਿਜ਼ਰਵ ਰੱਖੀ ਗਈ ਹੈ। ਗੰਭੀਰ ਮਰੀਜ਼ਾਂ ਦੇ ਲਈ 70% ਦੀ ਵੈਕਸੀਨ ਦਾ ਕੋਟਾ ਰੱਖਿਆ ਗਿਆ ਤੇ ਹਾਇਰ ਰਿਸਕ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ 30% ਦੀ ਵੈਕਸੀਨ ਦਾ ਕੋਟਾ ਰੱਖਿਆ ਗਿਆ। ਸੋ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੇ ਲਈ ਕੈਟਾਗਰੀਜ਼ ਤਿਆਰ ਕਰ ਲਈਆਂ ਗਈਆਂ ਨੇ। ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਤਾबिक ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਜਿਹੜੀ ਵੈਕਸੀਨ ਆਉਣੀ ਹੈ ਉਹਦੇ ਵਿੱਚੋਂ 3.5 ਲੱਖ ਡੋਜ਼ ਹੈ ਜਿਹੜੀ ਉਹ ਪੰਜਾਬ ਦੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਮਈ ਮਹੀਨੇ ਦੇ ਵਿੱਚ ਵੰਡੀ ਜਾਵੇਗੀ। ਤੇ ਕੈਪਟਨ ਨੇ ਕਿਹਾ ਕਿ ਜਿਹੜੀ ਵੈਕਸੀਨੇਸ਼ਨ ਕੈਟਾਗਰੀ ਹੈ ਉਸ ਦੇ ਮੁਤਾबिक ਹੀ ਜਿਹੜੀ ਹੁਣ ਵੈਕਸੀਨੇਸ਼ਨ ਮੁਹਿੰਮ ਵੈਕਸੀਨੇਸ਼ਨ ਦਾ ਪੜਾਅ ਚੱਲ ਰਿਹਾ ਤੀਸਰਾ 18 ਤੋਂ 44 ਸਾਲ ਤੱਕ ਦੀ ਉਮਰ ਦਾ, ਉਹ ਕੈਟਾਗਰੀਜ਼ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਟੀਕਾ ਜਿਹੜਾ ਉਹ ਲੱਗੇਗਾ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਰੋਨਾ ਦੇ ਰੋਜ਼ਾਨਾ ਵਧ ਰਹੇ ਕੇਸਾਂ ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਹੁਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਨੇ ਜਿਹੜੇ ਕੇਸ ਆਉਣੇ ਸ਼ੁਰੂ ਹੋ ਗਏ ਨੇ ਤੇ ਪਿੰਡਾਂ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਨੇ। ਹਰ ਦਿਨ ਕਹਿੰਦੇ ਪੋਜ਼ਿਟਿਵ ਕੇਸ ਤੇ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਹਿਲਾਂ ਬਹੁਤ ਹਲਕੇ ਲੱਛਣਾਂ ਵਾਲਾ ਕਰੋਨਾ ਸੀਗਾ ਦੂਸਰੀ ਲਹਿਰ ਦੇ ਵਿੱਚ ਵੀ, ਪਰ ਹੁਣ ਲੈਵਲ 2 ਤੇ ਹੀ ਲੋਕਾਂ ਦੇ ਵਿੱਚ ਇਹ ਦਿਖਾਈ ਦੇ ਰਿਹਾ ਹੈ। ਦਿੱਲੀ ਦੇ ਨੇੜੇ ਤੇੜੇ ਸੂਬਿਆਂ ਦੇ ਲੋਕ ਨੇ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਆ ਰਹੇ ਨੇ। ਪੰਜਾਬ ਦੇ ਵਿੱਚ ਹਾਲੇ ਤੱਕ
ਵੈਕਸੀਨ ਤੇ ਰੈਮਡੇਸਿਵਿਰ ਵੀ ਪੂਰੀ ਤਰ੍ਹਾਂ ਮਿਲ ਨਹੀਂ ਰਹੀ ਹੈ, ਆਕਸੀਜਨ ਦੀ ਕਮੀ ਹੋ ਰਹੀ ਹੈ। ਜੇਕਰ ਗਿਣਤੀ ਮਰੀਜ਼ਾਂ ਦੀ ਵੱਧਦੀ ਰਹੀ ਤਾਂ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਜਾਵੇਗਾ। ਇਹ ਕਹਿਣਾ ਹੈ ਬਲਵੀਰ ਸਿੰਘ ਸਿੱਧੂ ਦਾ। ਉਹਨਾਂ ਨੇ ਕਿਹਾ ਕਿ ਫਰੰਟ ਲਾਈਨ ਕਰਮਚਾਰੀਆਂ ਨੂੰ ਛੱਡ ਕੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਨਹੀਂ ਹੋ ਪਾ ਰਹੀ ਹੈ। ਜਦੋਂ ਵੈਕਸੀਨ ਆਏਗੀ ਉਦੋਂ ਹੀ ਟੀਕਾਕਰਨ ਸ਼ੁਰੂ ਹੋ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਿਹਤ ਵਿਭਾਗ ਨੇ ਕੇਂਦਰ ਸਰਕਾਰ ਤੇ ਇੱਕ ਦੋਸ਼ ਲਾਇਆ ਕਿ ਵਿਦੇਸ਼ੀ ਮਦਦ ਦਾ ਪੰਜਾਬ ਨੂੰ ਕੋਈ ਹਿੱਸਾ ਨਹੀਂ ਮਿਲਿਆ। ਪੰਜਾਬ ਕੇਂਦਰ ਸਰਕਾਰ ਤੋਂ ਲਗਾਤਾਰ ਮਦਦ ਦੀ ਮੰਗ ਕਰ ਰਿਹਾ ਹੈ ਕਿਉਂਕਿ ਯੂਕੇ ਤੋਂ ਕੁਵੈਤ ਤੋਂ ਭਾਰਤ ਨੂੰ ਵੱਡੀ ਗਿਣਤੀ ਦੇ ਵਿੱਚ ਵੈਂਟੀਲੇਟਰ ਕਨਸੈਂਟਰੇਟਰ ਜਿਹੜੇ ਆਕਸੀਜਨ ਕਨਸੈਂਟਰੇਟਰ ਨੇ ਉਹ ਪਹੁੰਚੇ ਨੇ, ਆਕਸੀਜਨ ਦੇ ਸਿਲੰਡਰ ਆਏ ਨੇ, ਟੀਕੇ ਆਏ ਨੇ, ਪਰ ਪੰਜਾਬ ਨੂੰ ਕੁਝ ਨਹੀਂ ਮਿਲਿਆ। ਇਹ ਇਲਜ਼ਾਮ ਲਾਇਆ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿ ਵਿਦੇਸ਼ਾਂ ਤੋਂ ਆ ਰਹੀ ਮਦਦ ਦਾ ਇੱਕ ਵੀ ਹਿੱਸਾ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ। ਅਜਿਹਾ ਸੈਂਟਰ ਕਿਉਂ ਕਰ ਰਹੀ ਹੈ? ਕੇਂਦਰ ਸਰਕਾਰ ਜਿਹੜਾ ਵਿਤਕਰਾ ਕਿਉਂ ਕਰ ਰਹੀ ਹੈ ਪੰਜਾਬ ਦੇ ਨਾਲ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਇਹ ਬਹੁਤ ਹੀ ਮੰਦਭਾਗਾ ਹੈ। ਪੰਜਾਬ ਦੇ ਬਾਰਡਰਾਂ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਪੰਜਾਬ 'ਚ ਦਾਖਲ ਹੋਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨਵੇਂ ਹੁਕਮਾਂ ਦੇ ਮੁਤਾਬਿਕ ਤਲਵੰਡੀ ਸਾਬੋ ਦੇ ਨਾਲ ਹਰਿਆਣਾ ਦੇ ਨਾਲ ਲੱਗਦੇ 3 ਰਾਹ ਸੀਲ ਕਰ ਦਿੱਤੇ ਗਏ ਨੇ। ਚੁਪਈਆ ਵਾਹਨ ਅਤੇ ਦੁਪਹੀਆ ਵਾਹਨ ਉਹਨਾਂ ਦੇ ਵਿੱਚ ਜਿਵੇਂ ਮਨਜ਼ੂਰੀ ਦਿੱਤੀ ਗਈ ਹੈ ਸਫ਼ਰ ਕਰਨ ਦੀ, ਉਸ ਨੂੰ ਵੀ ਸਖਤੀ ਦੇ ਨਾਲ ਲਾਗੂ ਕਰਵਾ ਰਹੀ ਹੈ ਪੰਜਾਬ ਪੁਲਿਸ। ਪੰਜਾਬ 'ਚ ਬਾਹਰੋਂ ਆਉਣ ਵਾਲਿਆਂ ਦੇ ਲਈ ਦਰਅਸਲ ਨਵੇਂ ਹੁਕਮਾਂ ਦੇ ਵਿੱਚ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਜੇ ਕਿਸੇ ਦੇ ਕੋਲ ਕਰੋਨਾ ਦੀ ਨੈਗੇਟਿਵ ਰਿਪੋਰਟ ਨਹੀਂ ਹੁੰਦੀ, ਬਾਈ ਚਾਂਸ ਉਹਨਾਂ ਦਾ ਟੈਸਟ ਕਰਵਾਉਣ ਨੂੰ ਥਾਂ ਨਹੀਂ ਮਿਲਦੀ, ਤਾਂ ਉਹਨਾਂ ਦੇ ਕੋਲ ਵੈਕਸੀਨੇਸ਼ਨ ਦਾ ਜਿਹੜਾ ਸਰਟੀਫਿਕੇਟ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਉਹ 4-5 ਦਿਨ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਵੈਕਸੀਨੇਸ਼ਨ ਦਾ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਹੁਣ ਜ਼ਰੂਰੀ ਵਸਤੂਆਂ ਨੂੰ ਮਹਿੰਗੇ ਭਾਅ ਤੇ ਦੁਕਾਨਦਾਰ ਨਹੀਂ ਵੇਚ ਸਕਦੇ। ਕੋਈ ਵੀ ਸਬਜ਼ੀ ਫਲ ਵਿਕਰੇਤਾ ਹੋਣ ਜਾਂ ਫਿਰ ਰਾਸ਼ਨ ਵੇਚਣ ਵਾਲੇ ਦੁਕਾਨਦਾਰ ਹੋਣ, ਉਹ ਵੱਧ ਰੇਟਾਂ ਦੇ ਉੱਤੇ ਆਪਣਾ ਸਮਾਨ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਨਹੀਂ ਸਕਦੇ। ਦਰਅਸਲ ਵੱਧ ਕੀਮਤਾਂ ਵਸੂਲਣ ਤੋਂ ਬਚਾਉਣ ਦੇ ਮਕਸਦ ਦੇ ਨਾਲ ਹੀ ਸੂਬੇ ਭਰ ਦੇ ਵਿੱਚ 78 ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ, ਜਿਨ੍ਹਾਂ ਵਿੱਚੋਂ 9 ਵਪਾਰਿਕ ਸੰਸਥਾਵਾਂ ਵੱਧ ਭਾਅ ਵਸੂਲ ਰਹੀਆਂ ਸੀ, ਜਿਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਉਹਨਾਂ ਨੂੰ 30-30 ਹਜ਼ਾਰ ਦਾ ਜੁਰਮਾਨਾ ਲਾਇਆ ਗਿਆ। ਇਹ ਜਾਣਕਾਰੀ ਪੰਜਾਬ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਜ਼ਰੂਰੀ ਵਸਤੂਆਂ ਦੀ ਵੱਧ ਕੀਮਤ ਵਸੂਲਣ ਸੰਬੰਧੀ ਸਾਨੂੰ ਕਾਫੀ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਨ੍ਹਾਂ ਤੇ ਕਾਰਵਾਈ ਕਰਦਿਆਂ ਸੂਬੇ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 9 ਦੁਕਾਨਦਾਰਾਂ ਖਿਲਾਫ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿੱਚ ਮੈਟਰੋਲੋਜੀ ਐਕਟ 2009 ਦੇ ਅਧੀਨ ਜੁਰਮਾਨਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਨਾਲ ਹੁਕਮ ਦਿੱਤੇ ਨੇ ਕਿ ਅਜਿਹੇ ਦੌਰ ਦੇ ਵਿੱਚ, ਮਹਾਮਾਰੀ ਦੇ ਦੌਰ ਵਿੱਚ ਲੋਕਾਂ ਨੂੰ ਲੁੱਟਣ ਨਾ ਦੁਕਾਨਦਾਰ ਇਹ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜ਼ਰੂਰੀ ਵਸਤੂਆਂ ਰਾਹੀਂ ਮੁਨਾਫਾ ਖੋਰੀ ਨੂੰ ਰੋਕਣ ਦੇ ਲਈ ਛਾਪੇਮਾਰੀ ਪੰਜਾਬ ਸਰਕਾਰ ਦੇ ਇਸ ਵਿਭਾਗ ਦੇ ਵੱਲੋਂ ਜਾਰੀ ਰਹੇਗੀ। ਜੇਕਰ ਕੋਈ ਵੱਧ ਕੀਮਤ ਵਸੂਲ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ। ਸੋ ਦੁਕਾਨਦਾਰ ਨੇ ਜਿਹੜੇ MRP ਜਾਂ ਫਿਰ ਉਸ ਤੋਂ ਘੱਟ ਰੇਟ ਤੇ ਹੀ ਚੀਜ਼ਾਂ ਵੇਚ ਸਕਦੇ ਨੇ, ਜਿਹੜਾ ਡਿਸਕਾਊਂਟ ਹੈ ਉਹ ਜ਼ਰੂਰ ਦੇ ਸਕਦੇ ਨੇ MRP ਰੇਟ ਤੇ, ਪਰ MRP ਤੋਂ ਵੱਧ ਰੇਟ ਦੇ ਉੱਤੇ ਨਹੀਂ ਵੇਚ ਸਕਦੇ। ਇਸ ਕਰਕੇ ਪੰਜਾਬ ਦੇ ਸਾਰੇ ਲੋਕ ਜ਼ਰੂਰ ਧਿਆਨ ਦੇ ਨਾਲ ਇਹ ਗੱਲ ਸੁਣ ਲੈਣ ਕਿ ਜੇਕਰ ਕੋਈ ਵੀ ਦੁਕਾਨਦਾਰ ਤੁਹਾਡੀ ਜਿਹੜੀ ਮਜਬੂਰੀ ਦਾ ਫਾਇਦਾ ਚੁੱਕਦਾ ਹੈ, ਵੱਧ ਰੇਟ ਤੇ ਤੁਹਾਨੂੰ ਚੀਜ਼ਾਂ ਵੇਚਦਾ ਹੈ, ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। ਸ਼ਿਕਾਇਤ ਕਰਨ ਦੇ ਲਈ ਕੁਝ ਨਹੀਂ ਹੁੰਦਾ, ਤੁਹਾਨੂੰ ਇੰਨਾ ਜ਼ਰੂਰ ਕਹਿ ਸਕਦੇ ਹੋ ਕਿ ਇਹ ਤੁਸੀਂ ਨਹੀਂ ਕਰ ਸਕਦੇ, ਅਸੀਂ ਤੁਹਾਡੀ ਸ਼ਿਕਾਇਤ ਕਰ ਸਕਦੇ ਹਾਂ ਤੇ ਦੁਕਾਨਦਾਰ ਜ਼ਾਹਿਰ ਤੌਰ ਤੇ ਤੁਹਾਨੂੰ ਨਹੀਂ ਲੁੱਟਣਗੇ ਜੇ ਤੁਸੀਂ ਜਾਗਰੂਕ ਹੋਵੋਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਦੀ ਤਰੀਕ ਨੂੰ ਹੁਣ ਅੱਗੇ ਵਧਾ ਦਿੱਤਾ ਹੈ ਕਰੋਨਾ ਦੇ ਕਰਕੇ। ਜਿਹੜੇ ਮੈਰੀਟੋਰੀਅਸ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ 11ਵੀਂ ਤੇ 12ਵੀਂ ਕਲਾਸਾਂ ਦੇ ਲਈ ਦਾਖਲਾ ਜਿਹੜਾ 30 ਜੂਨ 5 ਵਜੇ ਤੱਕ ਕਰਵਾਇਆ ਜਾ ਸਕਦਾ ਹੈ, ਸ਼ਾਮ 5 ਵਜੇ ਤੱਕ। ਇਸ ਦੇ ਨਾਲ ਹੀ 9ਵੀਂ ਅਤੇ 10ਵੀਂ ਜਮਾਤ ਦੇ ਦਾਖਲਿਆਂ ਦੀ ਆਖਰੀ ਤਰੀਕ ਨੂੰ ਵੀ 30 ਜੂਨ ਸ਼ਾਮ 5 ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਜਿਹੜੇ ਸਿੱਖਿਆ ਮੰਤਰੀ ਹੈਗੇ ਨੇ ਡਾਕਟਰ ਰਮੇਸ਼ ਪੋਖਰਿਆਲ ਨਿਸ਼ੰਕ, ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ JEE ਮੇਨ ਦੀ ਜਿਹੜੀ ਮਈ ਦੇ ਵਿੱਚ ਪ੍ਰੀਖਿਆ ਹੋਣੀ ਸੀ ਉਸ ਨੂੰ ਵੀ ਹੁਣ ਮੁਲਤਵੀ ਕਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੋਰ ਅਪਡੇਟਸ ਦੇ ਲਈ NTA ਦੀ ਜਿਹੜੀ ਵੈਬਸਾਈਟ ਹੈ ਉਸ ਨੂੰ ਚੈੱਕ ਕਰਦੇ ਰਹਿਣ। ਫਿਲਹਾਲ ਜਿਹੜੀ ਤਰੀਕ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ JEE ਮੇਨ ਦੀ ਪ੍ਰੀਖਿਆ ਪਹਿਲਾਂ ਅਪ੍ਰੈਲ 27, 28 ਤੇ 30 ਨੂੰ ਹੋਣੀ ਸੀ। ਪਹਿਲਾਂ ਵੀ ਇਸ ਨੂੰ ਪੋਸਟਪੋਨ ਕੀਤਾ ਗਿਆ ਸੀ ਤੇ ਹੁਣ ਫੇਰ ਮਈ ਦੇ ਵਿੱਚ 24, 25, 26, 27, 28 ਮਈ ਨੂੰ ਰੱਖੀ ਗਈ ਸੀ ਪ੍ਰੀਖਿਆ, ਪਰ ਹੁਣ ਵੀ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਖਿਲਾਫ ਵਪਾਰੀ ਲਗਾਤਾਰ ਸੜਕਾਂ ਤੇ ਉਤਰ ਰਹੇ ਨੇ। ਬਰਨਾਲਾ ਹੋਵੇ ਜਾਂ ਫਿਰ ਲੁਧਿਆਣਾ, ਕਈ ਸ਼ਹਿਰਾਂ ਦੇ ਵਿੱਚ ਵਪਾਰੀ ਵਰਗ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਦੇ ਖਿਲਾਫ ਉਤਰਿਆ ਹੋਇਆ, ਕਿਉਂਕਿ 15 ਮਈ ਤੱਕ ਪੰਜਾਬ ਸਰਕਾਰ ਨੇ ਸਾਰੀਆਂ ਗੈਰ ਜ਼ਰੂਰੀ ਸਮਾਨ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਨੇ। ਵਪਾਰੀ ਕਹਿ ਰਹੇ ਨੇ ਕਿ ਜਾਂ ਤਾਂ ਮੁਕੰਮਲ ਲੋਕਡਾਊਨ ਲਾ ਦਿਓ, ਤੁਸੀਂ ਸਾਡੇ ਨਾਲ ਵਿਤਕਰਾ ਕਰਦੇ ਹੋ, ਅੱਧੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ, ਸਾਨੂੰ ਛੋਟ ਨਹੀਂ ਦਿੱਤੀ ਗਈ। ਤੁਸੀਂ ਇਹ ਦੱਸੋ ਕਿ ਜ਼ਰੂਰੀ ਸਮਾਨ ਕਿਹੜਾ ਨਹੀਂ ਹੁੰਦਾ, ਸਾਰੇ ਸਮਾਨ ਦੀ ਹੀ ਆਪਣੇ ਆਪ ਦੇ ਵਿੱਚ ਜ਼ਰੂਰਤ ਹੁੰਦੀ ਹੈ। ਇਸ ਕਰਕੇ ਦੁਕਾਨਾਂ ਨੇ ਜਿਹੜੀਆਂ ਜਾਂ ਪੂਰੀਆਂ ਖੋਲੋ ਜਾਂ ਪੂਰੀਆਂ ਬੰਦ ਕਰੋ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਨਿਯਮ ਤੁਸੀਂ ਕਿੰਨੇ ਮਰਜ਼ੀ ਸਖਤ ਕਰਦੇ ਹੋ, ਅਸੀਂ ਉਹਨਾਂ ਦੀ ਪਾਲਣਾ ਕਰਾਂਗੇ, ਪਰ ਦੁਕਾਨਾਂ ਬੰਦ ਨਾ ਕਰੋ। ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ 38 ਜਾਨਾਂ ਚਲੇ ਜਾਣ ਦੀ ਖਬਰ ਹੈ। ਇਸ ਤੋਂ ਇੱਕ ਦਿਨ ਪਹਿਲਾਂ 51 ਮੌਤਾਂ ਹੋ ਗਈਆਂ ਸੀ। ਹਸਪਤਾਲ ਦੀ ਮੋਰਚਰੀ ਦੇ ਵਿੱਚ ਉਨੀ ਥਾਂ ਨਹੀਂ ਹੈਗੀ ਜਿੰਨੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਇਹ ਅਹਿਮ ਹਸਪਤਾਲ ਹੈ। ਪੰਜਾਬ ਦੇ 3 ਮੈਡੀਕਲ ਕਾਲਜਾਂ ਦੇ ਵਿੱਚੋਂ ਇੱਕ ਹੈ, ਪਰ ਲਗਾਤਾਰ ਇਥੋਂ ਵੱਧ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਹਦਾਇਤਾਂ ਤੋਂ ਵੱਧ ਸਵਾਰੀਆਂ ਬਿਠਾਉਣ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਬੱਸ ਨੂੰ ਇੰਪਾਊਂਡ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਆਪਣੇ ਪਿਤਰੀ ਸੂਬਿਆਂ ਵੱਲ ਜਾ ਰਹੇ ਪ੍ਰਵਾਸੀ ਕਾਮਿਆਂ ਨੂੰ ਲੋੜ ਤੋਂ ਵੱਧ ਗਿਣਤੀ ਅਤੇ ਬੱਸ ਦੇ ਕਾਗਜ਼ਾਤ ਪੂਰੇ ਨਾ ਹੋਣ ਦੇ ਕਾਰਨ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਇਸ ਬੱਸ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਦੱਸਿਆ ਪੁਲਿਸ ਨੇ ਕਿ ਲੋੜ ਤੋਂ ਵੱਧ ਸਵਾਰੀਆਂ ਬੈਠੀਆਂ ਸੀ, ਕਿਸੇ ਵੀ ਸਵਾਰੀ ਦੇ ਮੂੰਹ ਤੇ ਮਾਸਕ ਨਹੀਂ ਲੱਗਿਆ ਹੋਇਆ ਸੀ ਤੇ ਬੱਸ ਦੇ ਕਾਗਜ਼ਾਤ ਜਦੋਂ ਚੈੱਕ ਕੀਤੇ ਤਾਂ ਕਾਗਜ਼ਾਤ ਪੂਰੇ ਹੀ ਨਹੀਂ ਸੀ, ਇਸ ਕਰਕੇ ਬੱਸ ਇੰਪਾਊਂਡ ਹੋ ਗਈ ਹੈ। ਰੋਪੜ ਦੇ ਵਿੱਚ ਪੁਲਿਸ ਨੇ ਵੱਡੇ ਹਾਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਨੇ। ਇਹਨਾਂ ਵਾਹਨਾਂ ਤੋਂ ਵੱਡੇ ਹਾਰਨਾਂ ਨੂੰ ਉਤਾਰ ਕੇ ਬਰਬਾਦ ਵੀ ਕੀਤਾ ਹੈ। ਨਾਬਾਲਿਗ ਵਾਹਨ ਚਾਲਕਾਂ ਦੀ ਸਖਤ ਤਾੜਨਾ ਵੀ ਕੀਤੀ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਨਾਬਾਲਿਗ ਵਾਹਨ ਚਾਲਕਾਂ ਨੂੰ ਰੋਕ ਕੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾਇਆ ਵੀ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਇਸ ਮੁਸ਼ਕਿਲ ਦੌਰ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਅਗਲੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿੱਚ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਤੇ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ, ਯਾਨੀ ਕਿ 72 ਲੱਖ ਲੋਕਾਂ ਨੂੰ 2 ਮਹੀਨਿਆਂ ਦੇ ਲਈ ਮੁਫਤ ਰਾਸ਼ਨ ਦੇਵੇਗੀ ਕੇਜਰੀਵਾਲ ਸਰਕਾਰ। ਹਾਲਾਂਕਿ ਇਹਦੇ ਵਿੱਚ ਜਿਹੜੀ ਮਾਤਰਾ ਨਹੀਂ ਦੱਸੀ ਗਈ ਕਿ ਮੁਫਤ ਰਾਸ਼ਨ ਕਿੰਨਾ ਦਿੱਤਾ ਜਾਏਗਾ ਤੇ ਕੀ ਦਿੱਤਾ ਜਾਏਗਾ, ਤੇ ਜਿਹੜੇ ਆਟੋ ਰਿਕਸ਼ਾ ਤੇ ਟੈਕਸੀ ਚਾਲਕ ਹੈਗੇ ਨੇ ਉਹਨਾਂ ਨੂੰ 5-5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਕੇਜਰੀਵਾਲ ਨੇ ਵੀ ਸਪਸ਼ਟ ਕੀਤਾ ਹੈ ਕਿ ਹੁਣ ਇਸ ਐਲਾਨ ਦਾ ਮਤਲਬ ਇਹ ਨਹੀਂ ਕਿ ਅਗਲੇ 2 ਮਹੀਨਿਆਂ ਤੱਕ ਦਿੱਲੀ ਦੇ ਵਿੱਚ ਲੋਕਡਾਊਨ ਹੀ ਲੱਗਿਆ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਹ ਕਦਮ ਹੈ ਜਿਹੜਾ ਆਰਥਿਕ ਸੰਕਟ ਦੇ ਹਾਲਾਤ ਵਿੱਚ ਗਰੀਬ ਲੋਕਾਂ ਦੀ ਮਦਦ ਕਰਨ ਦੇ ਲਈ ਇਹ ਕਦਮ ਹੈ ਜਿਹੜਾ ਉਹ ਅਸੀਂ ਚੁੱਕਿਆ ਹੈ। ਕੇਜਰੀਵਾਲ ਸਰਕਾਰ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕੱਲ ਚਿੱਠੀ ਲਿਖ ਕੇ ਫੌਜ ਦੀ ਮਦਦ ਮੰਗੀ ਹੈ ਕਿ ਦਿੱਲੀ ਦੇ ਵਿੱਚ ਫੌਜ ਤਾਇਨਾਤ ਕੀਤੀ ਜਾਵੇ। ਉਸ ਦਾ ਹਾਲੇ ਤੱਕ ਕੇਂਦਰ ਸਰਕਾਰ ਨੇ ਜਵਾਬ ਨਹੀਂ ਦਿੱਤਾ, ਜਿਸ ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਇਸ ਚਿੱਠੀ ਦਾ ਜਵਾਬ ਦਿੱਤਾ ਜਾਵੇ। ਇਹ ਚਿੱਠੀ ਕੋਵਿਡ-19 ਨਾਲ ਜੁੜੀਆਂ ਸਿਹਤ ਸਹੂਲਤਾਂ ਜਿਨ੍ਹਾਂ ਦੇ ਵਿੱਚ 10,000 ਆਕਸੀਜਨ ਵਾਲੇ ਬੈੱਡ, 1000 ICU ਬੈੱਡ ਚਲਾਉਣ ਦੇ ਲਈ ਫੌਜ ਦੀ ਮਦਦ ਬਾਰੇ ਲਿਖੀ ਗਈ ਹੈ। ਇਹ ਜਿਹੜੀ ਚਿੱਠੀ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਜਨਾਥ ਸਿੰਘ ਨੂੰ ਲਿਖੀ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਜਲਦੀ ਇਸ ਦਾ ਉੱਤਰ ਦਿੱਤਾ ਜਾਵੇ ਕਿਉਂਕਿ ਐਮਰਜੈਂਸੀ ਹਾਲਾਤਾਂ ਦੇ ਨਾਲ ਜੁੜੀ ਚਿੱਠੀ ਹੈ। ਇਸ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਚੇਤਨ ਸ਼ਰਮਾ ਪੇਸ਼ ਹੋਏ ਸੀ, ਉਹਨਾਂ ਨੇ ਕੋਰਟ ਨੂੰ ਕਿਹਾ ਕਿ ਰੱਖਿਆ ਮੰਤਰੀ ਖੁਦ ਇਸ ਮਸਲੇ ਨੂੰ ਦੇਖ ਰਹੇ ਨੇ ਤੇ ਕੋਰਟ ਤੋਂ ਸਾਨੂੰ ਕੁਝ ਸਮਾਂ ਜਿਹੜਾ ਉਹ ਚਾਹੀਦਾ। ਉਸ ਤੇ ਕੋਰਟ ਨੇ ਜਵਾਬ ਦਿੱਤਾ ਕਿ ਇਹ ਇੱਕ ਕੌਮੀ ਆਫਤ ਹੈ, ਕੌਮੀ ਸੰਕਟ ਹੈ, ਵੱਡਾ ਸੰਕਟ ਹੈ, ਜਲਦੀ ਜਵਾਬ ਦਿਓ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਵਿਡ ਦੇ ਵਧਦੇ ਕੇਸਾਂ ਦੇ ਕਾਰਨ ਸੂਬੇ ਦੇ ਵਿੱਚ 15 ਮਈ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਫਤ ਪ੍ਰਬੰਧਨ ਸਮੂਹ ਤਾਲਾਬੰਦੀ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ਾਂ ਬਾਰੇ ਫੈਸਲਾ ਕਰੇਗਾ। ਫਿਲਹਾਲ 15 ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਤੇ ਸਾਰਾ ਕੁਝ ਬੰਦ ਰਹੇਗਾ। ਇਸ ਦਰਮਿਆਨ ਇਹ ਖਬਰਾਂ ਮਿਲ ਰਹੀਆਂ ਨੇ, ਪਰ ਬਾਕੀ ਜਿਹੜੇ ਗਾਈਡਲਾਈਨਸ ਨੇ ਉਹ ਆਫਤ ਪ੍ਰਬੰਧਨ ਗਰੁੱਪ ਦੇ ਵੱਲੋਂ ਜਾਰੀ ਕੀਤੇ ਜਾਣਗੇ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਦੇਸ਼ ਦੇ ਵਿੱਚ ਲਾਕਡਾਊਨ ਲਾਉਣ ਦੀ ਮੰਗ ਕੀਤੀ ਹੈ। ਕਿਹਾ ਕਿ ਇੱਕੋ ਇੱਕ ਹੱਲ ਹੈ ਕੋਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ਦਾ। ਟਵੀਟ ਕੀਤਾ ਰਾਹੁਲ ਗਾਂਧੀ ਨੇ ਕਿਹਾ, ਮੈਂ ਸਾਫ਼ ਕਹਿਣਾ ਚਾਹੁੰਦਾ ਕਿ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ ਕਿਉਂਕਿ ਸਰਕਾਰ ਦੇ ਕੋਲ ਰਣਨੀਤੀ ਹੀ ਨਹੀਂ ਹੈ। ਇਹਨਾਂ ਲੋਕਾਂ ਨੇ ਵਾਇਰਸ ਨੂੰ ਇਸ ਪੱਧਰ ਤੱਕ ਫੈਲਾਉਣ ਦੀ ਮਦਦ ਕੀਤੀ ਹੈ ਕਿ ਹੁਣ ਇਸ ਨੂੰ ਰੋਕਣ ਦਾ ਲਾਕਡਾਊਨ ਤੋਂ ਬਿਨਾਂ ਕੋਈ ਤਰੀਕਾ ਨਹੀਂ ਬਚਦਾ। ਭਾਰਤ ਦੇ ਖਿਲਾਫ ਇੱਕ ਜੁਰਮ ਕੀਤਾ ਜਾ ਚੁੱਕਿਆ ਹੈ ਭਾਰਤ ਦੀ ਸਰਕਾਰ ਦੇ ਵੱਲੋਂ। ਇਸ ਤੋਂ ਥੋੜੀ ਦੇਰ ਪਹਿਲਾਂ ਇੱਕ ਹੋਰ ਟਵੀਟ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਭਾਰਤ
ਭਾਰਤ ਸਰਕਾਰ ਨੂੰ ਸਮਝ ਵਿੱਚ ਨਹੀਂ ਆ ਰਿਹਾ ਕਿ ਕਰੋਨਾ ਨੂੰ ਰੋਕਣ ਦਾ ਇੱਕਮਾਤਰ ਤਰੀਕਾ ਸਿਰਫ ਸੰਪੂਰਨ ਲਾਕਡਾਊਨ ਹੈ, ਜਿਹਦੇ ਵਿੱਚ ਗਰੀਬ ਲੋਕਾਂ ਨੂੰ ਸਰਕਾਰ ਦੇ ਵੱਲੋਂ ਮਦਦ ਵੀ ਦਿੱਤੀ ਜਾਵੇ। ਭਾਰਤ ਸਰਕਾਰ ਕਾਰਵਾਈ ਨਹੀਂ ਕਰ ਰਹੀ, ਇਸ ਕਰਕੇ ਮਾਸੂਮ ਲੋਕਾਂ ਦੀ ਜਾਨ ਜਾ ਰਹੀ ਹੈ। ਕੋਵਿਡ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ IPL ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਕੋਸ਼ਿਸ਼ ਰਹੇਗੀ ਕਿ ਟੂਰਨਾਮੈਂਟ ਛੇਤੀ ਸ਼ੁਰੂ ਹੋਵੇ, ਪਰ ਇਸ ਮਹੀਨੇ ਮੈਚ ਕਰਵਾਉਣੇ ਅਸੰਭਵ ਨੇ, ਯਾਨੀ ਕਿ ਪੂਰਾ ਮਈ ਮਹੀਨਾ ਤਾਂ IPL ਦੁਬਾਰਾ ਸ਼ੁਰੂ ਨਹੀਂ ਹੋ ਸਕੇਗਾ। ਅਮਰੀਕਾ ਨੇ ਕੋਵਿਡ-19 ਮਹਾਮਾਰੀ ਦੇ ਸਭ ਤੋਂ ਖਤਰਨਾਕ ਦੌਰ ਦੇ ਵਿੱਚੋਂ ਲੰਘ ਰਹੇ ਭਾਰਤ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਉਹ 4 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਰਾਸ਼ਟਰਪਤੀ ਜੋ ਬਾਈਡਨ ਦੇ ਹੁਕਮ ਨੇ ਜਿਹੜੇ ਉਹ 4 ਮਈ ਤੋਂ ਲਾਗੂ ਹੋ ਗਏ ਨੇ। ਰਾਸ਼ਟਰਪਤੀ ਨੇ ਕਿਹਾ ਕਿ ਉਹ ਲੋਕ ਜਿਹੜੇ ਅਮਰੀਕਾ ਦੇ ਨਾਗਰਿਕ ਨਹੀਂ ਹਨ ਤੇ ਪਿਛਲੇ 14 ਦਿਨਾਂ ਤੋਂ ਭਾਰਤ ਵਿੱਚ ਰਹਿ ਰਹੇ ਨੇ, ਉਹ ਹੁਣ ਅਮਰੀਕਾ ਨਹੀਂ ਆ ਸਕਦੇ ਤੇ ਇਹ ਹੁਕਮ ਨੇ ਜਿਹੜੇ ਅਣਮਿੱਥੇ ਸਮੇਂ ਲਈ ਲਾਗੂ ਕੀਤੇ ਗਏ ਨੇ, ਯਾਨੀ ਕਿ ਅਗਲਾ ਹੁਕਮ ਹੁਣ ਜਦੋਂ ਰਾਸ਼ਟਰਪਤੀ ਜੋ ਬਾਈਡਨ ਦੇਣਗੇ ਉਦੋਂ ਤੱਕ ਇਹ ਜਿਹੜੀਆਂ ਪਾਬੰਦੀਆਂ ਨੇ ਇਹ ਲਾਗੂ ਰਹਿਣਗੀਆਂ। ਅਮਰੀਕਾ ਨੇ ਆਪਣੇ ਨਾਗਰਿਕਾਂ, ਗ੍ਰੀਨ ਕਾਰਡ ਧਾਰਕਾਂ, ਉਹਨਾਂ ਦੇ ਗੈਰ ਅਮਰੀਕੀ ਜੀਵਨ ਸਾਥੀਆਂ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਣੇ ਵੱਖ-ਵੱਖ ਵਰਗਾਂ ਨੂੰ ਇਸ ਪਾਬੰਦੀ ਤੋਂ ਛੋਟ ਜ਼ਰੂਰ ਦਿੱਤੀ ਹੈ। ਕੋਰੋਨਾ ਸੰਕਟ ਨਾਲ ਜੂਝਦੇ ਭਾਰਤ ਦੇ ਲਈ ਵਿਦੇਸ਼ਾਂ ਤੋਂ ਮਦਦ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਅਮਰੀਕਾ, ਬਰਤਾਨੀਆ, UAE, ਕੁਵੈਤ ਤੋਂ ਆਕਸੀਜਨ ਦੇ ਸਿਲੰਡਰ ਤੇ ਕਨਸੈਂਟਰੇਟਰ ਪਹੁੰਚ ਚੁੱਕੇ ਨੇ ਭਾਰਤ ਦੇ ਵਿੱਚ। ਇਸ ਦੇ ਨਾਲ ਹੀ ਰੂਸ ਤੋਂ ਸਪੁਤਨਿਕ V ਟੀਕੇ ਦੀ ਖੇਪ ਹੈ ਜਿਹੜੀ ਪਹਿਲੀ, ਉਹ ਵੀ ਭਾਰਤ ਪਹੁੰਚ ਚੁੱਕੀ ਹੈ। ਪਰ ਇਸ ਦੀ ਵੰਡ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਕਿਸ ਆਧਾਰ ਤੇ ਕੀਤੀ ਜਾ ਰਹੀ ਹੈ, ਕਿਵੇਂ ਸੂਬਿਆਂ ਨੂੰ ਇਹ ਟੀਕਾ ਵੰਡਿਆ ਜਾ ਰਿਹਾ ਹੈ ਜਾਂ ਆਕਸੀਜਨ ਸਿਲੰਡਰ ਵੰਡੇ ਜਾ ਰਹੇ ਨੇ, ਇਹ ਜਿਹੜੀ ਰਣਨੀਤੀ ਹੈ, ਇਹ ਨੀਤੀ ਹੈ, ਇਸ ਦੇ ਵਿੱਚ ਕੋਈ ਟ੍ਰਾਂਸਪੇਰੈਂਸੀ ਨਹੀਂ ਹੈ। ਕੇਂਦਰ ਸਰਕਾਰ ਨੇ ਕੋਰੋਨਾ ਦੇ ਹਾਲਾਤਾਂ ਦੇ ਉੱਤੇ ਬੈਠਕ ਕੀਤੀ ਹੈ ਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਮੇਤ ਕੁਝ ਸੂਬਿਆਂ ਦੇ ਵਿੱਚ ਹੁਣ ਕੋਰੋਨਾ ਦੇ ਕੇਸ ਘਟਣ ਦੇ ਸੰਕੇਤ ਮਿਲ ਰਹੇ ਨੇ, ਜਦਕਿ ਕੁਝ ਸੂਬਿਆਂ ਦੇ ਵਿੱਚ ਹਾਲਾਤ ਹਾਲੇ ਵੀ ਗੰਭੀਰ ਨੇ। ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ, ਦਿੱਲੀ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ 13 ਸੂਬਿਆਂ ਦੇ ਵਿੱਚ ਕੋਰੋਨਾ ਦੇ ਕੇਸ ਘਟਣ ਦੇ ਮੁੱਢਲੇ ਸੰਕੇਤ ਦਿਖਣੇ ਸ਼ੁਰੂ ਹੋ ਗਏ ਨੇ, ਪਰ ਬਿਹਾਰ, ਰਾਜਸਥਾਨ, ਸਿੱਕਿਮ, ਤਾਮਿਲਨਾਡੂ, ਤ੍ਰਿਪੁਰਾ ਤੇ ਪੱਛਮੀ ਬੰਗਾਲ ਦੇ ਵਿੱਚ ਕੇਸ ਵਧਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਪੱਛਮੀ ਬੰਗਾਲ ਜਿੱਥੇ ਹੁਣੇ ਵੋਟਾਂ ਪੈ ਕੇ ਹਟੀਆਂ ਨੇ, ਨਵੀਂ ਸਰਕਾਰ ਬਣੀ ਹੈ, ਪਰ ਮਾਰਚ ਤੇ ਅਪ੍ਰੈਲ ਲਗਾਤਾਰ ਜਦੋਂ ਸਰਕਾਰ ਵੀ ਉੱਥੇ ਆਪਣੀ ਪੂਰੀ ਫੌਜ ਲੈ ਕੇ ਡਟੀ ਹੋਈ ਸੀ, ਉਦੋਂ ਕੋਰੋਨਾ ਕਿਸੇ ਨੂੰ ਯਾਦ ਨਹੀਂ ਸੀ। ਪਰ ਹੁਣ ਕੇਂਦਰ ਸਰਕਾਰ ਹੀ ਕਹਿ ਰਹੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਕੇਸ ਵੱਧ ਰਹੇ ਨੇ। 에ਅਰ ਇੰਡੀਆ ਦੀ ਲੰਘੇ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਰੋਮ ਉਡਾਣ ਦੇ ਵਿੱਚ ਸਵਾਰ 30 ਯਾਤਰੀਆਂ ਨੂੰ ਇਟਲੀ ਪਹੁੰਚਣ ਤੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਹਾਜ਼ ਕਾਰੋਬਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ 30 ਯਾਤਰੀਆਂ ਵਿੱਚ ਘੱਟ ਤੋਂ ਘੱਟ ਹਵਾਈ ਜਹਾਜ਼ ਦੇ ਅਮਲੇ ਦੇ 2 ਮੈਂਬਰ ਵੀ ਸ਼ਾਮਿਲ ਨੇ। ਇਟਲੀ ਦੀ ਸਰਕਾਰ ਨੇ ਕੋਰੋਨਾ ਪੀੜਤ ਮਿਲੇ ਲੋਕਾਂ ਦੇ ਨਾਲ ਹੀ ਜਹਾਜ਼ ਵਿੱਚ ਸਵਾਰ ਸਾਰੇ 242 ਯਾਤਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਇਟਲੀ ਦੀ ਸਰਕਾਰ ਨੇ ਲੰਘੇ ਹਫ਼ਤੇ ਹੁਕਮ ਜਾਰੀ ਕਰਕੇ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10-10 ਦਿਨਾਂ ਦੇ ਕੁਆਰੰਟਾਈਨ ਦੇ ਵਿੱਚ ਭੇਜਣ ਦੇ ਹੁਕਮ ਵੀ ਜਾਰੀ ਕੀਤੇ ਨੇ। ਹਰਿਆਣਾ ਦੇ ਵਿੱਚ 1 ਹਫ਼ਤੇ ਦਾ ਲਾਕਡਾਊਨ ਲੱਗਿਆ ਹੋਇਆ। ਇਸ ਦਰਮਿਆਨ ਅੰਬਾਲਾ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਅੰਬਾਲਾ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਸਨੇ ਸਾਈਕਲ ਸਵਾਰ ਲੋਕਾਂ ਨੂੰ ਸਜ਼ਾ ਦਿੱਤੀ ਹੈ ਜਿਹੜੇ ਕਿ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ। ਸਾਈਕਲ ਕੁਝ ਤਾਂ ਲੋਕ ਆਪਣੇ ਸ਼ੌਂਕ ਨੂੰ ਚਲਾ ਰਹੇ ਸੀ, ਆਪਣੀ ਸਿਹਤ ਨੂੰ ਲੈ ਕੇ ਸਾਈਕਲਿੰਗ ਕਰ ਰਹੇ ਸੀ, ਕੁਝ ਲੋਕ ਸਾਈਕਲ ਤੇ ਆਪਣੇ ਕੰਮਾਂ ਕਾਰਾਂ ਨੂੰ ਵੀ ਜਾ ਰਹੇ ਸੀ ਤੇ ਉੱਥੇ ਫਿਰ ਉਹਨਾਂ ਸਾਰੇ ਲੋਕਾਂ ਨੂੰ ਅੰਬਾਲਾ ਜ਼ਿਲ੍ਹੇ ਦੀ ਪੁਲਿਸ ਨੇ ਸੜਕ ਦੇ ਉੱਤੇ ਲਾਈਨਾਂ ਬਣਾ ਕੇ ਉਠਕ ਬੈਠਕ ਕਰਵਾਈ। ਪੁਲਿਸ ਨੇ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਨੂੰ ਫਿਲਹਾਲ ਚੇਤਾਵਨੀ ਦੇ ਕੇ ਛੱਡ ਦਿੰਦੇ ਆ ਅਸੀਂ, ਪਰ ਉਸ ਤੋਂ ਬਾਅਦ ਜਿਹੜੀ ਆਫਤ ਪ੍ਰਬੰਧਨ ਐਕਟ ਹੈ, ਜਿਹੜਾ ਮਹਾਮਾਰੀ ਐਕਟ ਹੈ, ਉਸ ਦੇ ਤਹਿਤ ਕਾਰਵਾਈ ਕਰਾਂਗੇ। ਸੋ ਪੁਲਿਸ ਨੇ ਪਿਛਲੇ ਸਾਲ ਵਾਲਾ ਕੰਮ ਫੇਰ ਫੜ ਲਿਆ ਕਿ ਲੋਕ ਜਿਹੜੇ ਤਾਲਾਬੰਦੀ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਉਠਕ ਬੈਠਕ ਕਰਵਾਉਣੀ। ਪਰ ਪਿਛਲੇ ਸਾਲ ਤਾਂ ਬਹੁਤ ਹੀ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਦੋਂ ਪੁਲਿਸ ਬੇਤਹਾਸ਼ਾ ਲੋਕਾਂ ਨੂੰ ਕੁੱਟਦੀ ਵੀ ਨਜ਼ਰ ਆਉਂਦੀ ਸੀ। ਆਸ ਕਰਦੇ ਹਾਂ ਕਿ ਇਸ ਵਾਰੀ ਪੁਲਿਸ ਲਾਕਡਾਊਨ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਲਈ ਇਹੋ ਜੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਬਿਲਕੁਲ ਨਹੀਂ ਕਰੇਗੀ। ਉਠਕ ਬੈਠਕ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ। कानून का पालन करेंगे, हम लोग पालन करेंगे। इसके हमारा चीज के हम लॉकडाउन का पालन करेंगे। बोलो जोर से बोलते रहो। हम लॉकडाउन का पालन करेंगे। हम लॉकडाउन का पालन करेंगे। नहीं बोलेगा हम लॉकडाउन का पालन करेंगे। 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 ਲੁਧਿਆਣਾ ਤੋਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਆਪਣੇ ਪਿਤਰੀ ਸੂਬਿਆਂ ਨੂੰ ਵਾਪਸ ਜਾ ਰਹੇ ਪ੍ਰਵਾਸੀ ਕਾਮਿਆਂ ਨੂੰ ਰੋਕਣ ਦੇ ਲਈ ਬੀਜੇਪੀ ਲੀਡਰਾਂ ਨੇ
ਫੁੱਲ ਦੇ ਕੇ ਇਹਨਾਂ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬੀਜੇਪੀ ਲੀਡਰ ਨੇ ਦੱਸਿਆ ਕਿ ਮੇਰਾ ਪੰਜਾਬ ਦੇ ਵਿੱਚ ਉਦਯੋਗ ਹੈ, ਯਾਨੀ ਕਿ ਮੇਰੀ ਫੈਕਟਰੀ ਲੱਗੀ ਹੋਈ ਹੈ, ਇਸ ਕਰਕੇ ਤੁਸੀਂ ਮੇਰੀ ਫੈਕਟਰੀ ਦੇ ਵਿੱਚ ਆ ਕੇ ਕੰਮ ਕਰ ਲਓ। ਅਸੀਂ ਹੱਥ ਜੋੜ ਕੇ ਤੁਹਾਨੂੰ ਫੁੱਲ ਦੇ ਕੇ ਰੋਕਣਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਘਬਰਾਹਟ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਜਾ ਰਹੇ ਹੋ, ਤੁਹਾਡੇ ਲਈ ਇੱਥੇ ਬਹੁਤ ਕੰਮ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰੋਨਾ ਮਰੀਜ਼ਾਂ ਦੇ ਲਈ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ। ਇਸ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਤੇ 250 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਮਰੀਜ਼ਾਂ ਦੇ ਇਲਾਜ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਇਹ ਜਿਹੜਾ ਕੋਵਿਡ ਕੇਅਰ ਸੈਂਟਰ ਹੈ 5 ਮਈ ਨੂੰ ਸ਼ੁਰੂ ਹੋ ਰਿਹਾ ਹੈ। ਇਸ ਦੀ ਜਿਹੜੀ ਬਹੁਤ ਚਰਚਾ ਹੋ ਰਹੀ ਹੈ ਕਿ ਕਰੋਨਾ ਦੇ ਟਾਈਮ ਸਿੱਖ ਭਾਈਚਾਰਾ ਜਿਹੜਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਮਦਦ ਦੇ ਲਈ ਅੱਗੇ ਆਇਆ ਹੈ। ਪੂਰੀ ਦੁਨੀਆ ਦੇ ਵਿੱਚ ਸਿੱਖ ਭਾਈਚਾਰੇ ਨੇ ਇਸ ਦੌਰ ਦੇ ਵਿੱਚ, ਇਸ ਮੁਸ਼ਕਿਲ ਦੌਰ ਦੇ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਹੈ। ਉਸੇ ਤਰ੍ਹਾਂ ਦੀ ਮਿਸਾਲ ਹੈ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦਿੱਤੀ ਹੈ। ਇਹ ਕੋਵਿਡ ਕੇਅਰ ਸੈਂਟਰ ਬਣਾ ਕੇ ਇਸ ਦੇ ਵਿੱਚ ਆਕਸੀਜਨ ਦੇ ਸਿਲੰਡਰ, ਆਕਸੀਜਨ ਦੇ ਜਿਹੜੇ ਮਸ਼ੀਨਾਂ ਹੈਗੀਆਂ ਨੇ ਉਹ ਲਾਈਆਂ ਗਈਆਂ ਨੇ। ਪੂਰਾ ਪ੍ਰਬੰਧ ਹੈ ਜਿਹੜਾ ਉਹ ਕੋਵਿਡ ਕੇਅਰ ਸੈਂਟਰ ਦੇ ਵਿੱਚ ਕੀਤਾ ਗਿਆ ਹੈ। ਸੈਂਟਰ ਦੇ ਵਿੱਚ 100 ਆਕਸੀਜਨ ਕਨਸੈਂਟਰੇਟਰ ਤੇ ਹੋਰ ਸਿਹਤ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਹੈ। ਇਸ ਦੀ ਜਾਣਕਾਰੀ ਡੀਐਸਸੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਦੱਸਿਆ ਕਿ ਮਰੀਜ਼ਾਂ ਦੀ ਦਵਾਈ, ਖਾਣ ਪੀਣ ਦਾ ਸਾਰਾ ਖਰਚਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਕੀਤਾ ਜਾਏਗਾ। ਇੱਥੇ ਸਿਰਫ ਉਹੀ ਮਰੀਜ਼ ਆ ਸਕਣਗੇ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ ਤੇ ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ ਉਹਨਾਂ ਦਾ ਇਲਾਜ ਇੱਥੇ ਨਹੀਂ ਕੀਤਾ ਜਾਵੇਗਾ। ਸਿਰਫ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਇਹ 250 ਬੈੱਡਾਂ ਦਾ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਕਈ ਗੁਰੂ ਘਰਾਂ ਦੇ ਵਿੱਚ ਆਕਸੀਜਨ ਦੇ ਲੰਗਰ ਵੀ ਲਾਏ ਜਾ ਰਹੇ ਨੇ ਜਿੱਥੋਂ ਮਰੀਜ਼ ਆ ਕੇ ਆਕਸੀਜਨ ਲੈ ਰਹੇ ਨੇ ਜਿਨ੍ਹਾਂ ਦੀ ਆਕਸੀਜਨ ਘਟ ਰਹੀ ਹੈ। ਕਰੋਨਾ ਦੇ ਕੇਸ ਜਿਵੇਂ-ਜਿਵੇਂ ਵੱਧ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ, ਜਿਹੜਾ ਦਹਿਸ਼ਤ ਦਾ ਮਾਹੌਲ ਹੈ ਉਹ ਵੀ ਉਨਾ ਹੀ ਵੱਧਦਾ ਜਾ ਰਿਹਾ ਹੈ। ਲੋਕ ਕਰੋਨਾ ਤੋਂ ਬਚਾਅ ਦੇ ਲਈ ਹਰ ਹੀਲਾ ਵਰਤ ਰਹੇ ਨੇ। ਡਾਕਟਰਾਂ ਦੀ ਸਲਾਹ ਤੋਂ ਬਿਨਾਂ ਨੁਸਖੇ ਨੇ ਜਿਹੜੇ ਉਹ ਅਪਣਾਏ ਜਾ ਰਹੇ ਨੇ। ਇਸ ਦਰਮਿਆਨ ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਧੜਾ-ਧੜ ਸੀਟੀ ਸਕੈਨ ਕਰਵਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਡਾਕਟਰ ਨੇ ਕਿਹਾ ਕਿ ਇੱਕ ਸੀਟੀ ਸਕੈਨ ਛਾਤੀ ਦੇ 300 ਤੋਂ 400 ਐਕਸ-ਰੇ ਕਰਾਉਣ ਦੇ ਬਰਾਬਰ ਹੈ ਤੇ ਛੋਟੀ ਉਮਰ ਦੇ ਵਿੱਚ ਸੀਟੀ ਸਕੈਨ ਕਰਾਉਣ ਦੇ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ ਤੇ ਆਪਣੇ ਸਰੀਰ ਨੂੰ ਵਾਰ-ਵਾਰ ਰੇਡੀਏਸ਼ਨ ਚੋਂ ਲੰਘਾਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਹਲਕਾ ਕਰੋਨਾ ਹੋਣ ਜਾਂ ਆਮ ਸਾਹ ਆਉਣ ਤੇ ਸੀਟੀ ਸਕੈਨ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਜੇ ਮਾੜਾ ਮੋਟਾ ਤੁਹਾਡਾ ਸਾਹ ਤਕਲੀਫ ਦੇ ਨਾਲ ਆ ਰਿਹਾ ਹੈ, ਉਂਝ ਵੀ ਆਪਣਾ ਜੋ ਜ਼ੁਕਾਮ ਹੁੰਦੀ ਹੈ, ਖੰਘ ਹੁੰਦੀ ਹੈ, ਸਾਹ ਦੇ ਵਿੱਚ ਥੋੜੀ ਤਕਲੀਫ ਹੁੰਦੀ ਹੈ ਕਿਉਂਕਿ ਗਲੇ ਦੇ ਵਿੱਚ ਸੋਜਿਸ਼ ਆ ਜਾਂਦੀ ਹੁੰਦੀ ਹੈ, ਨੱਕ ਹੈ ਜਿਹੜਾ ਉਹ ਬੰਦ ਹੋ ਜਾਂਦਾ ਹੁੰਦਾ ਹੈ। ਇਸ ਕਰਕੇ ਥੋੜਾ ਸਬਰ ਰੱਖੋ। ਡਾਕਟਰ ਨੇ ਕਿਹਾ ਕਿ ਸੀਟੀ ਸਕੈਨ ਨਾ ਕਰਵਾਓ। ਤੁਸੀਂ ਸੋਚੋ ਕਿ ਇੱਕ ਵਾਰੀ ਸੀਟੀ ਸਕੈਨ ਛਾਤੀ ਦੇ 300 ਤੋਂ 400 ਐਕਸ-ਰੇ ਕਰਾਉਣ ਦੇ ਬਰਾਬਰ ਹੈ। ਸੋਚੋ ਕਿੰਨੀ ਰੇਡੀਏਸ਼ਨ ਸਰੀਰ ਦੇ ਵਿੱਚੋਂ ਤੁਸੀਂ ਲੰਘਾ ਲੈਂਦੇ ਹੋਵੋਗੇ। ਦੇਸ਼ ਦੇ 5 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਜਿਵੇਂ ਹੀ ਚੋਣ ਨਤੀਜੇ ਆਏ ਉਸ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ 18 ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 15 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੇ ਵਿੱਚ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਯਾਨੀ ਕਿ ਪੈਟਰੋਲ ਪੂਰੇ ਦੇਸ਼ ਦੇ ਵਿੱਚ 15 ਪੈਸੇ ਤੇ ਡੀਜ਼ਲ 18 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਅਗਲੀ ਖਬਰ ਬਰਗਾੜੀ ਕਾਂਡ ਦੇ ਨਾਲ ਜੁੜੀ ਹੋਈ ਹੈ। ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਬਰਗਾੜੀ ਕਾਂਡ ਮਾਮਲੇ ਦੇ ਹਾਈ ਕੋਰਟ ਵੱਲੋਂ ਜੋ ਫੈਸਲੇ ਨੂੰ ਖਾਰਜ ਕੀਤਾ ਗਿਆ ਹੈ ਉਸ ਦੀ ਜੱਜਮੈਂਟ ਤੇ ਕਾਨੂੰਨੀ ਦਲੀਲਾਂ ਦੇ ਰਾਹੀਂ ਪੁਣ ਛਾਣ ਕੀਤੀ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਇਸ ਤੋਂ ਵੱਡੀ ਗੈਰ ਕਾਨੂੰਨੀ ਜੱਜਮੈਂਟ ਹੋ ਹੀ ਨਹੀਂ ਸਕਦੀ। ਯਾਨੀ ਕਿ ਇਹ ਜਿਹੜੀ ਜੱਜਮੈਂਟ ਦਿੱਤੀ ਹੈ ਹਾਈ ਕੋਰਟ ਨੇ ਜਦੋਂ ਸਿੱਟ ਦੀ ਰਿਪੋਰਟ ਨੂੰ ਖਾਰਜ ਕੀਤਾ ਤਾਂ ਇੱਕ ਫੈਸਲਾ ਸੁਣਾਇਆ 99 ਪੇਜਾਂ ਦਾ ਤੇ ਅਮਰ ਸਿੰਘ ਚਾਹਲ ਨੇ ਕਿਹਾ ਕਿ ਇਹ ਜਿਹੜੀ ਜੱਜਮੈਂਟ ਹੈ ਉਹ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਮਾਮਲੇ ਦੇ ਵਿੱਚ 2 ਇਨਸਾਨ ਮਾਰ ਦਿੱਤੇ ਗਏ। ਪੁਲਿਸ ਵਾਲਿਆਂ ਨੇ ਬਹੁਤ ਗਲਤ ਕੀਤਾ ਹੈ। ਜੱਜਮੈਂਟ ਦੇ ਵਿੱਚ ਇੱਕ ਲਫ਼ਜ਼ ਵਰਤਿਆ ਗਿਆ ਹਾਈਪਰ ਚਾਰਜ। ਹੈਰਾਨੀ ਦੀ ਗੱਲ ਹੈ ਕਿ ਹਾਈਪਰ ਚਾਰਜ ਉਹਨਾਂ ਲਈ ਵਰਤਿਆ ਗਿਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਣ ਦਾ ਤਰਕ ਸੀ। ਕੋਟਕਪੂਰਾ ਵਿਖੇ ਇਨਸਾਫ ਮੰਗ ਰਹੇ ਲੋਕਾਂ ਲਈ ਹਾਈਪਰ ਚਾਰਜ ਵਰਤਣਾ, ਇਹ ਸ਼ਬਦ ਵਰਤਣਾ ਕਾਨੂੰਨ ਦੇ ਬਿਲਕੁਲ ਉਲਟ ਹੈ। ਇਹ ਵੀ ਸਵਾਲ ਚੁੱਕਿਆ ਗਿਆ ਕਿ ਬਾਦਲਾਂ ਤੇ ਵੱਡੇ ਪੁਲਿਸ ਅਫਸਰਾਂ ਦਾ ਵੀ ਜ਼ਿਕਰ ਆਇਆ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਕਹਿੰਦੇ ਬਾਦਲਾਂ ਨੂੰ ਕਲੀਨ ਚਿੱਟ ਕਿਹੜੀ ਗੱਲ ਦੀ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਖੁਸ਼ੀ ਵੀ ਮਨਾ ਲਈ ਹੈ। ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਅਸੀਂ ਪਾਕ ਸਾਫ਼ ਹਾਂ, ਪਰ ਕਲੀਨ ਚਿੱਟ ਉਹਨਾਂ ਨੂੰ ਦੇਣੀ ਬਣਦੀ ਹੀ ਨਹੀਂ ਸੀ। ਤੇ ਜਿਹੜਾ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਪੂਰੀ ਜਾਂਚ ਰਿਪੋਰਟ ਮੁਕੰਮਲ ਹੋ ਜਾਂਦੀ ਹੈ, ਜਾਂਚ ਦੀ ਪੜਤਾਲ ਮੁਕੰਮਲ ਹੋ ਜਾਂਦੀ ਹੈ, ਉਸ ਨੂੰ ਰੱਦ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ
ਕਰਕੇ ਇਹ ਸਾਰਾ ਕੁਝ ਗੈਰ ਕਾਨੂੰਨੀ ਹੈ। ਵਕੀਲਾਂ ਦੇ ਇਸ ਪੈਨਲ ਨੇ ਕਿਹਾ ਕਿ ਇਸ ਜੱਜਮੈਂਟ ਨੇ ਕੋਰਟ ਤੋਂ ਨਿਆਂ ਦੀ ਆਸ ਲਾ ਕੇ ਬੈਠੇ ਲੋਕਾਂ ਦੀਆਂ ਉਮੀਦਾਂ ਮਾਰ ਦਿੱਤੀਆਂ ਨੇ। ਜੱਜਮੈਂਟ 'ਚੋਂ ਫੈਕਟ ਲੱਭਣੇ ਵਕੀਲਾਂ ਦਾ ਹੱਕ ਹੈ ਤੇ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੱਜਮੈਂਟ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕਿਸੇ ਦੇ ਹੱਕ ਵਿੱਚ ਵੀ ਹੋ ਸਕਦੀ ਹੈ, ਸਿਆਸੀ ਪ੍ਰਭਾਵ ਵਿੱਚ ਵੀ ਹੋ ਸਕਦੀ ਹੈ। ਅਸੀਂ ਇਸੇ ਕਰਕੇ ਜੱਜਮੈਂਟ ਦੀ ਛਾਣਬੀਣ ਦੀ ਗੱਲ ਕਰ ਰਹੇ ਹਾਂ। ਹਾਲਾਂਕਿ ਸਾਨੂੰ ਪਤਾ ਹੈ ਕਿ ਸਾਡਾ ਇਹ ਕੰਮ ਬਹੁਤ ਛੋਟੀ ਅੱਖ ਵਾਲਾ ਹੈ। ਦੂਸਰੇ ਪਾਸੇ ਸਰਕਾਰ ਦਾ ਆਪਣਾ ਵੱਡਾ ਲੀਗਲ ਸਿਸਟਮ ਹੈ, ਫਿਰ ਵੀ ਕਹਿੰਦੇ ਆ ਕਿ ਨਵੀਂ ਸਿੱਟ ਬਣਨੀ ਚਾਹੀਦੀ ਹੈ। ਕੋਰਟ ਨੇ ਤਾਂ ਸਾਰੇ ਤੇ ਕਾਟਾ ਹੀ ਮਾਰ ਕੇ ਰੱਖ ਦਿੱਤਾ ਹੈ ਕਿ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਕੁੰਵਰ ਪ੍ਰਤਾਪ ਸਿੰਘ ਨੇ ਤਾਂ ਆਪਣਾ ਇੰਨਾ ਹੀ ਤਰਕ ਦੇ ਕੇ ਨੌਕਰੀ ਛੱਡ ਦਿੱਤੀ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ, ਬਾਕੀ ਉਹ ਮਾਲਕ ਦੇਖੇਗਾ। ਇਸ ਤੋਂ ਵੱਡਾ ਨੈਤਿਕ ਧਰਮ ਕੀ ਹੋ ਸਕਦਾ ਹੈ ਕਿ ਨੌਕਰੀ ਹੀ ਤਿਆਗ ਦਿੱਤੀ। ਹੁਣ ਜੱਜਮੈਂਟ 'ਚ ਸਿਰਫ ਇੱਕੋ ਗੱਲ ਸੈਂਸਿਟਿਵ ਦਾ ਲਫ਼ਜ਼ ਲੈ ਕੇ ਤੇ ਇਹ ਕਹਿ ਦੇਣਾ ਵੀ ਉਹ ਜਿਹੜੀ ਗਲਤ FIR ਰਿਕਾਰਡ ਹੋਈ ਹੈ, ਜਦੋਂ ਕਿ FIR ਨੰਬਰ 129 ਜਿਹੜੀ ਬਾਜੀਖਾਨੇ ਦੀ ਸੀ ਤੇ FIR ਨੰਬਰ 130 ਉਹ ਵੀ ਬਾਜੀਖਾਨੇ ਸੀ। ਉਹਦਾ ਤੇ ਇਹਦੇ ਕੇਸ ਨਾਲ ਕੋਈ ਵਾਸਤਾ ਹੀ ਨਹੀਂ ਸੀ। ਔਰ ਇਹ ਹਾਈਪਰ ਚਾਰਜ ਉਹਨਾਂ ਨੂੰ ਲੋਕਾਂ ਨੂੰ ਕਹਿ ਦਿੱਤਾ ਗਿਆ ਜਿਹੜੇ ਅਗਰੀਵ ਪਰਸਨਸ ਹਨ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਉਹਦੀ ਬੇਅਦਬੀ ਕੀਤੀ ਗਈ, ਉਹ ਇਨਸਾਫ ਮੰਗ ਰਹੇ ਸਨ ਕਿ ਜਿਨ੍ਹਾਂ ਨੇ ਇਹ ਜੁਰਮ ਕੀਤਾ ਹੈ ਉਹਨਾਂ ਤੇ ਕੇਸ ਲਾ ਕੇ ਉਹਨਾਂ ਨੂੰ ਕੈਦ ਹੋਣੀ ਚਾਹੀਦੀ। ਉਹ ਹਾਈਪਰ ਚਾਰਜ ਕਿੱਦਾਂ ਹੋਏ ਜੀ ਗੈਦਰਿੰਗ? ਤੇ ਨਾਲੇ ਇਹ ਇੰਸੀਡੈਂਟ ਜਿਹੜਾ ਹੈ ਇਨਵੈਸਟੀਗੇਸ਼ਨ ਦੇ ਦਰਮਿਆਨ FIR ਜਿਹੜੀ 129 ਡੇਟਡ 7/8/2018 ਹੈ, ਉਹਦੇ ਵਿੱਚ ਤੇ ਫਾਲਸੀਫਾਈ ਹੋ ਗਿਆ ਵੀ ਇਹ ਇੰਸੀਡੈਂਟ ਦਰਅਸਲ ਪੁਲਿਸ ਵਾਲਾ ਜਿਹੜਾ ਵਰਜਨ ਇਹ ਗਲਤ ਹੈ ਤੇ ਵਰਜਨ ਜਿਹੜੀ ਹੈ ਗਿਵਨ ਔਨ ਦੀ ਬੇਸਿਸ ਆਫ FIR ਲੌਜ ਬਾਈ ਅਜੀਤ ਸਿੰਘ ਉਹ ਕਰੈਕਟ ਹੈ। ਇਹ ਹਾਈਪਰ ਚਾਰਜ ਜਿਹੜੀ ਹੈਗੀ ਆ ਇਹ ਲਫ਼ਜ਼ ਜਿਹੜਾ ਹੈ ਬਿਲਕੁਲ ਗਲਤ ਇਹਦੀ ਇੰਟਰਪ੍ਰੀਟੇਸ਼ਨ ਕਰ ਲਈ ਗਈ। ਇੱਕ ਨਿੱਕੀ ਜਿਹੀ ਗੱਲ ਬਦਲੇ ਇਸ ਨੂੰ ਇਨਵੈਸਟੀਗੇਸ਼ਨ ਨੂੰ ਇਨਵੈਲਿਡ ਕਰਨਾ ਇਹ ਗੈਰ ਕਾਨੂੰਨੀ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਮਾਨਸਾ ਜ਼ਿਲ੍ਹੇ ਦੇ ਵਿੱਚ ਲੋਕਾਂ ਨੇ ਇੱਕ ਪੁਲਿਸ ਸਟੇਸ਼ਨ ਨੂੰ ਘੇਰ ਲਿਆ। ਲੋਕਾਂ ਨੇ ਪੁਲਿਸ ਤੇ ਇੱਕ ਦੁਕਾਨਦਾਰ ਨੂੰ ਗ੍ਰਿਫਤਾਰ ਕਰਨ ਦਾ ਦੋਸ਼ ਲਾਇਆ। ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ ਹੋ ਕੇ ਲੋਕਾਂ ਨੇ ਪੁਲਿਸ ਸਟੇਸ਼ਨ ਨੂੰ ਘੇਰਾ ਪਾ ਲਿਆ। ਲੋਕਾਂ ਦਾ ਦੋਸ਼ ਹੈ ਕਿ ਰਾਤ ਦੇ ਕਰੀਬ 9 ਵਜੇ ਤੱਕ ਸ਼ਰਾਬ ਦੇ ਠੇਕੇ ਵੀ ਖੁੱਲੇ ਰਹਿੰਦੇ ਨੇ, ਤਾਂ ਫਿਰ ਸਿਰਫ ਪੁਲਿਸ ਦੁਕਾਨਦਾਰਾਂ ਤੇ ਹੀ ਕਾਰਵਾਈ ਕਿਉਂ ਕਰਦੀ ਹੈ? ਇੱਕ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਦੀ ਦੁਕਾਨ ਖੁੱਲੀ ਹੋਈ ਸੀ ਤੇ ਦੂਸਰੇ ਪਾਸੇ ਇੱਕ ਠੇਕਾ ਵੀ ਖੁੱਲਿਆ ਹੋਇਆ ਸੀ। ਪੁਲਿਸ ਨੇ ਦੁਕਾਨਦਾਰ ਦੇ ਮਾਲਕ ਨੂੰ ਤਾਂ ਚੁੱਕ ਲਿਆਂਦਾ, ਪਰ ਠੇਕੇ ਦੇ ਮਾਲਕ ਨੂੰ ਕੁਝ ਵੀ ਨਹੀਂ ਕੀਤਾ। ਤੇ ਦੁਕਾਨਦਾਰ ਦਾ ਸਿਰਫ ਇੰਨਾ ਕੁ ਕਸੂਰ ਸੀ ਕਿ ਉਹਨੇ ਸਿਰਫ ਅੱਧਾ ਘੰਟਾ ਲੇਟ ਦੁਕਾਨ ਬੰਦ ਕੀਤੀ ਸੀ। ਲੋਕਾਂ ਨੇ ਕਿਹਾ ਕਿ ਜੇ ਕਾਰਵਾਈ ਕਰਨੀ ਹੈ ਤਾਂ ਸਾਰਿਆਂ ਦੇ ਖਿਲਾਫ ਕਰੋ, ਇਕੱਲੇ ਦੁਕਾਨਦਾਰਾਂ ਦੇ ਖਿਲਾਫ ਨਾ ਕਰੋ। ਖਬਰ ਪਟਿਆਲਾ ਤੋਂ ਹੈ, ਜਿੱਥੇ ਦਿੱਲੀ ਕੱਟਾ ਐਕਸਪ੍ਰੈਸ ਵੇ ਦੇ ਲਈ ਜ਼ਬਰੀ ਘੱਟ ਰੇਟ ਤੇ ਜ਼ਮੀਨਾਂ ਐਕਵਾਇਰ ਕਰਨ ਦੇ ਖਿਲਾਫ ਪਿਛਲੇ ਸਵਾ ਮਹੀਨੇ ਤੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇ ਰਹੇ ਕਿਸਾਨਾਂ ਦੀ ਵਿਸ਼ੇਸ਼ ਕਮੇਟੀ ਦੇ ਨਾਲ ਮੀਟਿੰਗ ਹੋਣੀ ਸੀ, ਪਰ ਕਿਸੇ ਕਾਰਨ ਕਰਕੇ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਕਾਰਨ ਪੁਲਿਸ ਨੇ ਕਿਸਾਨਾਂ ਨੂੰ ਟਰੈਕਟਰ ਸਮੇਤ ਸਰਕਟ ਹਾਊਸ ਦੇ ਵਿੱਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ। ਇਸ ਦੌਰਾਨ ਕਿਸਾਨ ਲੀਡਰ ਡਿੱਕੀ ਜੇਜੀ ਨੇ ਸਰਕਟ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਰੋਕਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ। ਕਿਸਾਨਾਂ ਦੇ ਵੱਲੋਂ 30 ਅਪ੍ਰੈਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਦੇ ਵਿੱਚ ਸਥਿਤ ਜਿਹੜਾ ਨਿਊ ਮੋਤੀ ਮਹਿਲ ਹੈ ਉਸ ਦੇ ਪਿੱਛੇ ਸੂਲਰ ਰੋਡ ਤੇ ਲਗਾਤਾਰ ਧਰਨਾ ਲਾਇਆ ਹੋਇਆ ਤੇ ਪੁਲਿਸ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ। ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਕੰਧ ਟੱਪ ਕੇ ਰਾਜੇ ਦੇ ਮਹਿਲ ਦੇ ਵਿੱਚ ਦਾਖਲ ਨਾ ਹੋ ਜਾਣ, ਕਿਉਂਕਿ ਟਰੈਕਟਰਾਂ ਦੀ ਲੰਬੀ ਲਾਈਨ ਬਿਲਕੁਲ ਰਾਜੇ ਦੇ ਮਹਿਲ ਦੀ ਕੰਧ ਦੇ ਨਾਲ ਖੜੀ ਕੀਤੀ ਹੋਈ ਹੈ। ਬਠਿੰਡਾ ਤੋਂ ਖਬਰ ਹੈ, ਜਿੱਥੇ ਆਪਣੇ ਦੋ ਦੋਸਤਾਂ ਨਾਲ ਆਪਣੇ ਜਨਮ ਦਿਨ ਦੀ ਪਾਰਟੀ ਕਰਨ ਗਏ ਪਿੰਡ ਜੇਠੂਕੇ ਦੇ ਰਹਿਣ ਵਾਲੇ ਇੱਕ ਵਕੀਲ ਦੀ ਦੇਰ ਰਾਤ ਰਾਮਪੁਰਾ ਫੂਲ ਦੇ ਕੁਟਿਆ ਪੁਲ ਦੇ ਥੱਲਿਓਂ ਰਜਬਾਹੇ ਦੇ ਵਿੱਚੋਂ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਛਾ ਗਿਆ ਤੇ ਰੋਸ ਦਾ ਮਾਹੌਲ ਹੈ। ਮ੍ਰਿਤਕ ਦੇ ਮੱਥੇ ਤੇ ਲੱਗੇ ਡੂੰਘੇ ਕੱਟ ਦੇ ਨਿਸ਼ਾਨਾਂ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਉਸ ਦੇ ਕਤਲ ਕੀਤੇ ਜਾਣ ਦਾ ਇਲਜ਼ਾਮ ਲਾਉਂਦੇ ਹੋਏ ਮ੍ਰਿਤਕ ਪਰਿਵਾਰ ਦੇ ਮੈਂਬਰਾਂ, ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਦੀ ਮਦਦ ਦੇ ਨਾਲ ਬਠਿੰਡਾ ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਧਰਨਾ ਲਾਇਆ ਗਿਆ ਤੇ ਪਿੰਡ ਗਿੱਲ ਕਲਾਂ ਦੇ ਨੇੜੇ ਪੈਂਦੇ ਥਾਣਾ ਸਦਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ। ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਸਹਾਰਾ ਸਮਾਜ ਸੇਵਾ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਿੰਡ ਜੇਠੂਕੇ ਦੇ ਰਹਿਣ ਵਾਲੇ ਐਡਵੋਕੇਟ ਜਸਪਾਲ ਸਿੰਘ 32 ਸਾਲ ਦੀ ਉਮਰ ਸੀ। ਉਸ ਨੂੰ ਕੱਲ ਸਵੇਰੇ ਉਸਦੇ ਕੁਝ ਦੋਸਤ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਘਰੋਂ ਬੁਲਾ ਕੇ ਲੈ ਕੇ ਗਏ ਤੇ ਸ਼ਾਮ 4 ਵਜੇ ਦੇ ਕਰੀਬ ਦੋਸਤਾਂ ਦਾ ਫੋਨ ਆ ਜਾਂਦਾ ਹੈ ਪਰਿਵਾਰ ਵਾਲਿਆਂ ਨੂੰ ਕਿ ਜਿਹੜਾ ਵਕੀਲ ਹੈ ਐਡਵੋਕੇਟ ਜਸਪਾਲ ਸਿੰਘ ਉਹ ਨਹਿਰ ਦੇ ਵਿੱਚ ਨਹਾਉਣ ਦੇ ਲਈ ਉਤਰਿਆ ਸੀ, ਪਰ ਤੇਜ਼ ਵਹਾਅ ਦੇ ਕਾਰਨ ਰੁੜ ਗਿਆ ਹੈ। ਉਸ ਤੋਂ ਬਾਅਦ ਪਿੰਡ ਵਾਸੀ ਫਟਾਫਟ ਨਹਿਰ ਦੇ ਕੋਲ ਪਹੁੰਚਦੇ ਨੇ। ਰਾਤ 11 ਵਜੇ ਤੱਕ ਉਸ ਦੀ ਲਾਸ਼ ਹੈ ਜਿਹੜੀ ਉਹ ਰਾਮਪੁਰਾ ਫੂਲ ਦੇ ਕੁਟਿਆ ਪੁਲ ਦੇ ਥੱਲੇ ਰਜਬਾਹੇ ਦੇ ਵਿੱਚੋਂ ਮਿਲ ਜਾਂਦੀ ਹੈ।
ਪ੍ਰਦਰਸ਼ਨਕਾਰੀ ਕਹਿੰਦੇ ਨੇ ਕਿ ਪੁਲਿਸ ਨੇ ਦੁਪਹਿਰੇ 2 ਵਜੇ ਤੱਕ ਦੂਸਰੇ ਦਿਨ ਦੀ ਦੁਪਹਿਰ 2 ਵਜੇ ਤੱਕ ਵੀ ਦੋਸ਼ੀਆਂ ਦਾ ਕੋਈ ਥੌ ਪਤਾ ਨਹੀਂ ਲੱਭਿਆ, ਨਾ ਹੀ ਕਿਸੇ ਖਿਲਾਫ ਕੋਈ ਮਾਮਲਾ ਦਰਜ ਕੀਤਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰਹੇਗਾ। ਸਿੰਘੂ ਬਾਰਡਰ ਤੇ ਕਿਸਾਨਾਂ ਦੀ ਬੈਠਕ ਹੋਈ ਹੈ। ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਅਸੀਂ ਰਾਹ ਖੁੱਲਾ ਕਰ ਦਿੱਤਾ ਹੈ। ਕਿੰਨੇ ਦਿਨ ਹੋ ਗਏ ਇੱਕ ਪਾਸਾ ਖੋਲ ਦਿੱਤਾ ਹੈ ਸਿੰਘੂ ਬਾਰਡਰ ਦਾ, ਕਿਉਂਕਿ ਬੰਦ ਤਾਂ ਸਰਕਾਰ ਨੇ ਕੀਤਾ ਹੋਇਆ, ਬੈਰੀਕੇਡਿੰਗ ਹੈ ਜਿਹੜੀ ਉਹ ਪੁਲਿਸ ਨੇ ਕੀਤੀ ਹੋਈ ਹੈ, ਪਰ ਹਾਲੇ ਤੱਕ ਬੈਰੀਕੇਡਿੰਗ ਨੂੰ ਨਹੀਂ ਹਟਾਇਆ ਗਿਆ। ਜਿਹੜੇ ਉਸ ਰਾਹ ਦੇ ਵਿੱਚ ਟਰੈਕਟਰ ਟਰਾਲੀਆਂ ਖੜੇ ਹੋਏ ਸੀ, ਕਿਉਂਕਿ ਅੱਗੇ ਤਾਂ ਬੈਰੀਕੇਡਿੰਗ ਲੱਗੀ ਸੀ, ਕਿਸਾਨਾਂ ਨੇ ਆਪਣੇ ਹਿਸਾਬ ਦੇ ਨਾਲ ਟਰੈਕਟਰ ਟਰਾਲੀਆਂ ਖੜੇ ਕੀਤੇ ਸੀ, ਉਹ ਸਾਰੇ ਪਾਸੇ ਹਟਾ ਦਿੱਤੇ ਸੀ, ਪਰ ਪੁਲਿਸ ਨੇ ਹਾਲੇ ਤੱਕ ਬੈਰੀਕੇਡਿੰਗ ਨਹੀਂ ਹਟਾਈ ਹੈ। ਉਹਨਾਂ ਨੇ ਦਿੱਲੀ ਪੁਲਿਸ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਨੂੰ ਰਾਹ ਖੋਲਣ ਦੇ ਲਈ ਅਪੀਲ ਕੀਤੀ ਹੈ ਤਾਂ ਜੋ ਕਰੋਨਾ ਦੇ ਵਿਰੁੱਧ ਪੂਰੀ ਤਾਕਤ ਦੇ ਨਾਲ ਲੜਾਈ ਲੜੀ ਜਾ ਸਕੇ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਸ਼ ਦੇ ਭਲੇ ਲਈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਨੇ। ਫਿਰੋਜ਼ਪੁਰ ਦੇ ਮਹਿਮਾ ਪਿੰਡ ਦੇ ਕਿਸਾਨਾਂ ਦੇ ਖਿਲਾਫ ਹਾਲ ਹੀ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਨਿਖੇਧੀ ਕੀਤੀ ਹੈ ਅਤੇ ਇਸ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਖਿਲਾਫ ਪਰਚੇ ਜਿਹੜੇ ਦਰਜ ਕੀਤੇ ਨੇ ਉਹ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਜ਼ੋਨਾਂ ਦੀ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਦਿੱਲੀ ਨੂੰ ਜਾਣ ਵਾਲੇ ਅਗਲੇ ਜਿਹੜੇ ਕਾਫਲੇ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਤੇ 5 ਮਈ ਨੂੰ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜਥਾ ਬਿਆਸ ਪੁਲ ਤੋਂ ਰਵਾਨਾ ਹੋਵੇਗਾ ਦਿੱਲੀ ਦੇ ਲਈ। ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਕਈ ਸੂਬਿਆਂ ਦੇ ਵਿੱਚ ਲਾਕਡਾਊਨ ਲਾਇਆ ਗਿਆ ਹੈ। ਕਿਤੇ ਛੋਟਾ ਲਾਕਡਾਊਨ ਹੈ, ਕਿਤੇ ਹਫ਼ਤੇ ਦਾ ਲਾਕਡਾਊਨ ਹੈ। ਇਸ ਦਰਮਿਆਨ ਬਾਜ਼ਾਰ ਬੰਦ ਪਏ ਨੇ ਤੇ ਵਪਾਰ ਜਗਤ ਨੂੰ ਵੱਡਾ ਨੁਕਸਾਨ ਹੋਇਆ। ਵਪਾਰ ਸੰਗਠਨ ਕਨਫੈਡਰੇਸ਼ਨ ਆਫ ਇੰਡੀਆ ਟ੍ਰੇਡਰਸ ਯਾਨੀ ਕਿ ਕੈਟ ਨੇ ਦਾਅਵਾ ਕੀਤਾ ਹੈ ਕਿ ਅਪ੍ਰੈਲ ਦੇ ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਜਿੱਥੇ ਵੀ ਲਾਕਡਾਊਨ ਲੱਗਿਆ ਹੈ ਉਸ ਕਾਰਨ ਦੇਸ਼ ਦੇ ਵਿੱਚ ਘਰੇਲੂ ਵਪਾਰ ਨੂੰ 6 ਕਰੋੜ 25 ਲੱਖ ਰੁਪਏ ਦਾ ਨੁਕਸਾਨ ਹੋਇਆ। ਸੰਸਥਾ ਇਹ ਵੀ ਦਾਅਵਾ ਕਰਦੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੁੱਲ ਮਿਲਾ ਕੇ ਤਕਰੀਬਨ 75,000 ਕਰੋੜ ਦੇ ਮਾਲੀਆ ਨੁਕਸਾਨ ਦਾ ਅਨੁਮਾਨ ਹੈ। ਇਹਦੇ ਵਿੱਚੋਂ ਪਰਚੂਨ ਕਾਰੋਬਾਰ ਨੂੰ 4 ਕਰੋੜ 25 ਲੱਖ ਦਾ ਨੁਕਸਾਨ ਹੋਇਆ, ਜਦਕਿ ਥੋਕ ਵਪਾਰ ਦੇ ਵਿੱਚ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਕਰੋਨਾ ਦੀ ਦੂਸਰੀ ਲਹਿਰ ਦੇ ਵਿੱਚ ਲਾਕਡਾਊਨ ਲੱਗਿਆ ਤਾਂ ਬਹੁਤ ਸਾਰੇ ਲੋਕਾਂ ਦੀਆਂ, ਲੱਖਾਂ ਲੋਕਾਂ ਦੀਆਂ ਭਾਰਤ ਦੇ ਵਿੱਚ ਨੌਕਰੀਆਂ ਚਲੀਆਂ ਗਈਆਂ ਨੇ। ਹਾਲੇ ਤਾਂ ਮੁਕੰਮਲ ਲਾਕਡਾਊਨ ਨਹੀਂ ਲੱਗਿਆ ਹੈ, ਸਿਰਫ ਅੰਸ਼ਿਕ ਲਾਕਡਾਊਨ ਲੱਗ ਰਿਹਾ ਹੈ, ਜਿੱਥੇ ਵੀ ਲੱਗ ਰਿਹਾ ਹੈ ਜਾਂ ਕਿਤੇ ਵੀਕਐਂਡ ਲਾਕਡਾਊਨ ਲੱਗ ਰਿਹਾ ਹੈ। ਇਸ ਦਰਮਿਆਨ 75 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਵੀ ਗਈਆਂ ਨੇ। ਇਹ ਦਾਅਵਾ ਕੀਤਾ ਹੈ ਮੋਨੀਟਰਿੰਗ ਇੰਡੀਅਨ ਆਰਥਿਕਤਾ ਸੈਂਟਰ ਨੇ ਕਿ 4 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਹੈ ਜਿਹੜੀ ਉਹ ਸਭ ਤੋਂ ਉੱਚੇ ਪੱਧਰ ਤੇ ਆਈ ਹੈ। ਦੇਸ਼ ਭਰ ਦੇ ਵਿੱਚ ਕਰੋਨਾ ਦੇ ਕੇਸ ਵੱਧ ਰਹੇ ਨੇ ਤਾਂ ਕਈ ਸੂਬਿਆਂ ਦੇ ਵਿੱਚ ਲਾਕਡਾਊਨ ਲਾਇਆ ਗਿਆ ਹੈ। ਤੇ ਇਸ ਸੰਸਥਾ ਦੇ CEO ਮਹੇਸ਼ ਵਿਆਸ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਰੁਜ਼ਗਾਰ ਦੇ ਮੋਰਚੇ ਤੇ ਚੁਣੌਤੀਪੂਰਨ ਰਹਿਣ ਦਾ ਖਦਸ਼ਾ ਹੈ। ਮਾਰਚ ਦੇ ਮੁਕਾਬਲੇ ਅਪ੍ਰੈਲ ਮਹੀਨੇ ਦੇ ਵਿੱਚ 75 ਲੱਖ ਨੌਕਰੀਆਂ ਗਵਾ ਦਿੱਤੀਆਂ ਨੇ ਲੋਕਾਂ ਨੇ। ਇਸ ਦੇ ਕਾਰਨ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋਇਆ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ। ਸਭ ਤੋਂ ਪਹਿਲੀ ਖਬਰ ਪੱਛਮੀ ਬੰਗਾਲ ਤੋਂ ਹੀ ਦੱਸਾਂਗੇ, ਜਿੱਥੇ ਜਲਦੀ ਹੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਣ ਵਾਲਾ ਹੈ। ਪੱਛਮੀ ਬੰਗਾਲ ਦੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਵਾਲੀ ਮਮਤਾ ਬੈਨਰਜੀ ਨੇ ਜਿੱਤ ਤੋਂ ਬਾਅਦ ਕੋਲਕਾਤਾ ਦੇ ਭਵਾਨੀਪੁਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ, ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਗਜਾਏ। ਕੋਲਕਾਤਾ ਦੇ ਵਿੱਚ ਪੰਜਾਬੀ ਭਾਈਚਾਰਾ ਟਰਾਂਸਪੋਰਟ ਕਾਰੋਬਾਰ ਦੇ ਵਿੱਚ ਕਾਫੀ ਮੋਰੀ ਹੈ, ਭਾਰੂ ਹੈ। ਭਵਾਨੀਪੁਰ ਸਿੱਖਾਂ ਦਾ ਗੜ ਹੈ ਇਹ ਇਲਾਕਾ, ਜਿੱਥੇ 80,000 ਤੋਂ ਵੱਧ ਪੰਜਾਬ ਦੇ ਨਾਲ ਸੰਬੰਧਿਤ ਲੋਕ ਵਸਦੇ ਨੇ। ਮਮਤਾ ਨੇ ਇਸ ਗੁਰੂ ਘਰ ਨੇੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਗੇਟ ਬਣਾਉਣ ਦੀ ਮਨਜ਼ੂਰੀ 6 ਮਹੀਨੇ ਪਹਿਲਾਂ ਹੀ ਦਿੱਤੀ ਹੋਈ ਸੀ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਵੀ ਕੋਲਕਾਤਾ ਵਿੱਚ ਰੈਲੀਆਂ 'ਚ ਹਿੱਸਾ ਲਿਆ ਸੀ ਤੇ ਬੀਜੇਪੀ ਨੂੰ ਵੋਟ ਨਾ ਦੇਣ ਦਾ ਸੱਦਾ ਦਿੱਤਾ ਸੀ ਤੇ ਇਸ ਗੁਰੂ ਘਰ ਦੇ ਵਿੱਚ ਤਕਰੀਬਨ ਸਾਰੇ ਲੀਡਰ ਨਤਮਸਤਕ ਹੋ ਕੇ ਆਏ ਸੀ। ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਹੈ ਜਿਹੜੀ ਉਹ ਤੀਸਰੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਵਜੋਂ ਬੁੱਧਵਾਰ ਨੂੰ ਯਾਨੀ ਕਿ 5 ਮਈ ਨੂੰ ਹਲਫ ਲੈਣਗੇ। ਉਹਨਾਂ ਨੇ ਰਾਜਪਾਲ ਜਗਦੀਪ ਧਨਖੜ ਦੇ ਨਾਲ ਰਾਜ ਭਵਨ ਵਿੱਚ ਮੁਲਾਕਾਤ ਕਰਕੇ ਮੌਜੂਦਾ ਮੁੱਖ ਮੰਤਰੀ ਵਜੋਂ ਅਸਤੀਫਾ ਵੀ ਦੇ ਦਿੱਤਾ ਤੇ ਰਵਾਇਤ ਮੁਤਾਬਿਕ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਮਮਤਾ ਬੈਨਰਜੀ ਹਾਲਾਂਕਿ ਨੰਦੀਗ੍ਰਾਮ ਤੋਂ ਚੋਣ ਹਾਰ ਗਏ ਨੇ, ਪਰ ਪੂਰੇ ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨੇ ਬੀਜੇਪੀ ਨੂੰ ਹਰਾਇਆ ਹੈ ਤੇ ਨੰਦੀਗ੍ਰਾਮ ਤੋਂ ਚੋਣ ਹਾਰਨ ਕਾਰਨ ਮਮਤਾ ਬੈਨਰਜੀ ਨੂੰ ਹੁਣ 6 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਚੋਣ ਜਿੱਤਣੀ ਪਵੇਗੀ। ਧਨਖੜ ਨੇ ਟਵੀਟ ਕਰਕੇ ਦੱਸਿਆ ਕਿ ਮਮਤਾ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ, ਅਗਲੇ ਹੁਕਮਾਂ ਤੱਕ ਉਹਨਾਂ ਨੂੰ ਅਹੁਦੇ ਤੇ ਬਣੇ ਰਹਿਣ ਦੇ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਮੀਟਿੰਗ ਕਰਕੇ ਮਮਤਾ ਬੈਨਰਜੀ ਨੂੰ ਸਰਬਸੰਮਤੀ ਦੇ ਨਾਲ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਸੀ।
ਤੇ ਉਧਰ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਹੋ ਰਹੀ ਹੈ ਚੋਣ ਨਤੀਜਿਆਂ ਤੋਂ ਬਾਅਦ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀਆਂ ਗੱਲਾਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ। ਇਸੇ ਦਰਮਿਆਨ ਬੀਜੇਪੀ ਦੇ ਲੀਡਰ ਗੌਰਵ ਭਾਟੀਆ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰਕੇ ਪੱਛਮੀ ਬੰਗਾਲ ਦੇ ਵਿੱਚ ਹੋ ਰਹੀ ਹਿੰਸਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਪੱਛਮੀ ਬੰਗਾਲ ਵਿੱਚ ਚੋਣ ਨਤੀਜੇ ਆਉਣ ਤੋਂ ਬਾਅਦ ਹਿੰਸਾ ਦੀਆਂ ਕਈ ਘਟਨਾਵਾਂ ਵਾਪਰਨ ਦੀ ਖਬਰ ਮਿਲੀ ਹੈ, ਜਿਸ ਦੇ ਵਿੱਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਫੋਨ ਕਰਕੇ ਪੱਛਮੀ ਬੰਗਾਲ ਦੇ ਵਿੱਚ ਕਾਨੂੰਨ ਵਿਵਸਥਾ ਤੇ ਚਿੰਤਾ ਜ਼ਾਹਿਰ ਕੀਤੀ ਹੈ। ਰਾਜਪਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਮੈਨੂੰ ਫੋਨ ਕੀਤਾ ਤੇ ਸੂਬੇ ਦੇ ਵਿੱਚ ਖਤਰਨਾਕ ਢੰਗ ਦੇ ਨਾਲ ਚਿੰਤਾਜਨਕ ਕਾਨੂੰਨ ਵਿਵਸਥਾ ਤੇ ਆਪਣੀ ਗੰਭੀਰ ਪੀੜਾ ਜਿਹੜੀ ਉਹ ਜਤਾਈ ਹੈ। ਉਹਨਾਂ ਕਿਹਾ, ਰਾਜਪਾਲ ਨੇ ਕਿਹਾ ਕਿ ਮੈਂ ਵੀ ਚਿੰਤਾ ਜ਼ਾਹਿਰ ਕਰਦਾ ਕਿਉਂਕਿ ਹਿੰਸਾ, ਤੋੜਫੋੜ, ਅਗਜ਼ਨੀ, ਲੁੱਟ ਅਤੇ ਕਤਲ ਬਿਨਾਂ ਰੋਕ-ਟੋਕ ਤੋਂ ਜਾਰੀ ਹੈ। ਸੂਬੇ ਦੇ ਵਿੱਚ ਹਾਲਾਤ ਸੁਧਾਰਨ ਦੇ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ। ਇਸੇ ਦਰਮਿਆਨ ਬੀਜੇਪੀ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਤੇ ਹਿੰਸਾ ਕਰਨ ਅਤੇ ਬੀਜੇਪੀ ਵਰਕਰਾਂ ਦੇ ਕਤਲ ਕਰਨ ਦੇ ਇਲਜ਼ਾਮ ਲਾਏ ਨੇ। ਪਾਰਟੀ ਨੇ ਇਸ ਦੇ ਵਿਰੋਧ ਦੇ ਵਿੱਚ 5 ਮਈ ਯਾਨੀ ਕਿ ਬੁੱਧਵਾਰ ਨੂੰ ਕੱਲ ਨੂੰ ਦੇਸ਼ ਵਿਆਪੀ ਧਰਨੇ ਦਾ ਐਲਾਨ ਵੀ ਕੀਤਾ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਖਬਰਾਂ ਆ ਰਹੀਆਂ ਸੀ ਕਿ 2 ਜਿਹੜੀਆਂ ਬੀਜੇਪੀ ਦੀਆਂ ਔਰਤ ਪੋਲ ਏਜੰਟਸ ਹੈਗੀਆਂ ਨੇ ਉਹਨਾਂ ਦੇ ਨਾਲ ਗੈਂਗ ਰੇਪ ਕੀਤਾ ਗਿਆ ਹੈ ਬੀਰਭੂਮ ਦੇ ਵਿੱਚ, ਯਾਨੀ ਕਿ ਇੱਕ ਪੱਛਮੀ ਬੰਗਾਲ ਦੇ ਬੀਰਭੂਮ ਦੇ ਵਿੱਚ ਇਹਨਾਂ ਔਰਤਾਂ ਦੇ ਨਾਲ ਮਾੜਾ ਸਲੂਕ ਕੀਤਾ ਗਿਆ ਹੈ, ਇਹਨਾਂ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਉਸ ਤੋਂ ਬਾਅਦ ਵੈਸਟ ਬੰਗਾਲ ਦੀ ਜਿਹੜੀ ਪੁਲਿਸ ਹੈ ਉਸਨੇ ਇਸ ਖਬਰ ਨੂੰ ਫੇਕ ਦੱਸਿਆ ਹੈ, ਕਿਹਾ ਕਿ ਫੇਕ ਨਿਊਜ਼ ਅਲਰਟ ਹੈ, ਇਸ ਤੋਂ ਬਚ ਕੇ ਰਿਹਾ ਜਾਵੇ। ਤੇ ਪੱਛਮੀ ਬੰਗਾਲ ਦੇ ਵਿੱਚ ਮਊਆ ਮਿੱਤਰਾ ਨੇ ਜਿਹੜੇ ਕਿ ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਹੈ ਉਸਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਅਸਿੱਧੇ ਢੰਗ ਨਾਲ ਸੱਦਾ ਦਿੱਤਾ ਹੈ ਇਕੱਠੇ ਹੋਣ ਦਾ। ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਵਿਰੁੱਧ ਮਿਲ ਕੇ ਲੜਾਈ ਲੜੀ ਜਾ ਸਕਦੀ ਹੈ। ਹਾਲਾਂਕਿ ਇਹ ਵੀ ਕਿਹਾ ਮਮਤਾ ਨੇ ਕਿ ਪਹਿਲਾਂ ਕਰੋਨਾ ਮਹਾਮਾਰੀ ਵਿਰੁੱਧ ਲੜਾਈ ਲੜਨੀ ਪਵੇਗੀ ਤੇ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਫੈਸਲਾ ਲਿਆ ਜਾਏਗਾ। ਸੋ ਮਮਤਾ ਬੈਨਰਜੀ ਨੇ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਦੇ ਨਾਲ ਟੱਕਰ ਲਈ ਹੈ, ਜਿਸ ਤਰੀਕੇ ਦੇ ਨਾਲ ਖਹਿ ਕੇ ਮਮਤਾ ਬੈਨਰਜੀ ਲੜੀ ਹੈ, ਉਸ ਤੋਂ ਬਾਅਦ ਮਮਤਾ ਬੈਨਰਜੀ ਦੀ ਜਿਹੜੀ ਸ਼ਖਸੀਅਤ ਹੈ ਜਾਂ ਕੱਦ ਹੈ ਉਹ ਇੱਕ ਕੌਮੀ ਲੀਡਰ ਦੇ ਵਜੋਂ ਉੱਭਰਦਾ ਦਿਖਾਈ ਦੇ ਰਿਹਾ ਹੈ। ਬਾਕੀ ਜਿਹੜੇ ਸੂਬੇ ਨੇ ਉਹ ਵੀ ਮਮਤਾ ਬੈਨਰਜੀ ਦੀ ਲੀਡਰਸ਼ਿਪ ਕਬੂਲ ਸਕਦੇ ਨੇ ਅਗਲੀਆਂ ਚੋਣਾਂ ਦੇ ਵਿੱਚ, ਅਜਿਹੇ ਜਿਹੜੇ ਸਿਆਸੀ ਮਾਹਿਰਾਂ ਦੇ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਪੱਛਮੀ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਤੇ ਚੋਣ ਕਮਿਸ਼ਨ ਨੂੰ ਅਸਿੱਧੇ ਤੌਰ ਤੇ ਨਸੀਹਤ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਚੋਣਾਂ ਦੀ ਸੱਚਾਈ ਨੂੰ ਕਾਇਮ ਰੱਖਣਾ ਚਾਹੀਦਾ ਹੈ। ਲੋਕਤੰਤਰ ਦਾ ਨਿਚੋੜ ਸੁਤੰਤਰ ਤੇ ਨਿਰਪੱਖ ਚੋਣਾਂ ਨੇ। ਚੋਣ ਕਮਿਸ਼ਨ ਦੇ ਵੱਲੋਂ ਭਾਰਤ ਦੇ ਲੋਕਤੰਤਰ ਦੀ ਬੁਨਿਆਦ ਨੂੰ ਹਿਲਾਉਣ ਵਾਲੀਆਂ ਗੰਭੀਰ ਚਾਲਾਂ ਨੂੰ ਸ਼ਹਿ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਮੰਗ ਕੀਤੀ ਸੀ ਕਿ ਪੂਰੇ ਭਾਰਤ ਦੇ ਵਿੱਚ ਬੈਲਟ ਪੇਪਰ ਰਾਹੀਂ VOTING ਹੋਣੀ ਚਾਹੀਦੀ ਹੈ, ਜੋ ਕਿ ਇੱਕ ਸਖਤ ਅਤੇ ਸਹੀ ਕਦਮ ਹੈ, ਜਿਸ ਦੇ ਉੱਤੇ ਕੋਈ ਵੀ ਜਿਹੜਾ ਸਵਾਲ ਨਹੀਂ ਉੱਠ ਸਕਦਾ। ਜੋ ਜਿਹੜੀਆਂ ਮਸ਼ੀਨਾਂ ਹੈਗੀਆਂ ਉਹਨਾਂ ਦੇ ਉੱਤੇ ਉੱਠਦਾ ਹੈ, EVM ਮਸ਼ੀਨਾਂ ਦੇ ਉੱਤੇ ਜਿੰਨੇ ਸਵਾਲ ਉੱਠਦੇ ਨੇ ਉਹ ਬੈਲਟ ਪੇਪਰ ਰਾਹੀਂ ਹੋਣ ਵਾਲੀ VOTING ਤੇ ਨਹੀਂ ਉੱਠ ਸਕਦੇ। ਟਵਿੱਟਰ ਨੇ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਅੱਜ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਕੰਗਨਾ ਦੇ ਖਿਲਾਫ ਤੈਅ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਇਸ ਦਰਮਿਆਨ ਟਵਿੱਟਰ ਤੇ #ਕੰਗਨਾ ਰਣੌਤ ਅਤੇ #ਸਸਪੈਂਡਡ ਵੀ ਟ੍ਰੈਂਡ ਕਰ ਰਿਹਾ ਸੀ। ਕੰਗਨਾ ਨੇ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਵਾਪਰੀਆਂ ਕਈ ਘਟਨਾਵਾਂ ਤੇ ਟਵੀਟ ਕੀਤੇ ਸੀ। ਉਸ ਤੋਂ ਬਾਅਦ ਟਵਿੱਟਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਵਿੱਟਰ ਸਸਪੈਂਡ ਕਰ ਦਿੱਤਾ। ਉਸ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ, ਕਿਹਾ ਕਿ ਟਵਿੱਟਰ ਨੇ ਸਿਰਫ ਮੇਰੀ ਗੱਲ ਨੂੰ ਸਾਬਿਤ ਕੀਤਾ ਹੈ ਕਿ ਉਹ ਜਨਮ ਤੋਂ ਹੀ ਅਮਰੀਕੀ ਨੇ। ਇੱਕ ਗੋਰਾ ਵਿਅਕਤੀ ਭੂਰੇ ਵਿਅਕਤੀ ਨੂੰ ਗੁਲਾਮ ਬਣਾਉਣ ਦਾ ਹੱਕ ਰੱਖਦਾ ਹੈ, ਜਿਸ ਕਰਕੇ ਉਹ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਕੀ ਸੋਚਣਾ, ਕੀ ਬੋਲਣਾ ਜਾਂ ਫਿਰ ਕੀ ਕਰਨਾ। ਕਹਿੰਦੀ ਮੇਰੇ ਕੋਲ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿੱਥੇ ਮੈਂ ਆਪਣੀ ਆਵਾਜ਼ ਚੁੱਕ ਸਕਦੀ ਹਾਂ ਤੇ ਇਸ ਦੀ ਵੱਡੀ ਉਦਾਹਰਨ ਸਿਨੇਮਾ ਹੈ। ਦਰਅਸਲ ਕੰਗਨਾ ਰਣੌਤ ਨੇ ਇੱਕ ਟਵੀਟ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕਰਦਿਆਂ ਟਵੀਟ ਕੀਤਾ ਸੀ ਕਿ ਗੁੰਡਾਗਰਦੀ ਖਤਮ ਕਰਨ ਦੇ ਲਈ ਸਾਨੂੰ ਸੁਪਰ ਗੁੰਡਾਗਰਦੀ ਕਰਨ ਦੀ ਲੋੜ ਹੈ। ਮੋਦੀ ਜੀ ਆਪਣਾ ਵਿਰਾਟ ਰੂਪ ਦਿਖਾਓ ਪਲੀਜ਼। ਬੁਲੇਟਿਨ ਦੇ ਵਿੱਚ ਜਾਂਦੇ ਜਾਂਦੇ ਇੱਕ ਖਬਰ ਅਸੀਂ ਤੁਹਾਨੂੰ ਅਮਰੀਕਾ ਤੋਂ ਦੱਸ ਦਿੰਦੇ ਹਾਂ, ਜਿੱਥੇ ਨਿਊਯਾਰਕ ਦੇ ਬਰੁਕਲਿਨ ਵਿਚਲੇ ਹੋਟਲ ਦੇ ਵਿੱਚ ਕਾਲੇ ਵਿਅਕਤੀ ਨੇ ਇੱਕ ਸਿੱਖ ਵਿਅਕਤੀ ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹ ਚੀਕ ਕੇ ਵੀ ਕਹਿ ਰਿਹਾ ਸੀ, ਮੈਂ ਤੁਹਾਨੂੰ ਪਸੰਦ ਨਹੀਂ ਕਰਦਾ, ਤੁਹਾਡੀ ਚਮੜੀ ਦਾ ਰੰਗ ਮੇਰੇ ਵਰਗਾ ਨਹੀਂ ਹੈ। ਐਸਟੋਰੀਆ ਦੇ ਵਸਨੀਕ ਸੁਮਿਤ ਆਲੂਵਾਲੀਆ 32 ਸਾਲ ਦੀ ਉਮਰ, ਉਹਨਾਂ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਮੇਰੇ ਤੇ ਹਮਲਾ ਕੀਤਾ ਸੀ ਉਹ ਨਸਲੀ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ। ਆਲੂਵਾਲੀਆ ਨੇ ਦੱਸਿਆ ਕਿ 26 ਅਪ੍ਰੈਲ ਨੂੰ ਕਾਲੇ ਵਿਅਕਤੀ ਨੇ
ਉਸ ਤੇ ਕੰਮ ਵਾਲੀ ਥਾਂ ਤੇ ਹਮਲਾ ਕੀਤਾ ਸੀ। ਹਮਲਾਵਰ ਸਵੇਰੇ 8 ਵਜੇ ਹੋਟਲ ਦੀ ਲੌਬੀ ਕੋਲ ਆਇਆ ਤੇ ਚੀਕ ਕੇ ਚਿल्लाਉਣ ਲੱਗਿਆ। ਜਦੋਂ ਮੈਂ ਉਸ ਨਾਲ ਗੱਲ ਕਰਨ ਲਈ ਗਿਆ ਤਾਂ ਉਹ ਮੇਰੇ ਵੱਲ ਭੱਜਿਆ ਤੇ ਆਪਣੀ ਜੇਬ ਦੇ ਵਿੱਚ ਹੱਥ ਪਾ ਲਿਆ। ਮੈਨੂੰ ਲੱਗਿਆ ਕਿ ਉਹ ਪਿਸਤੌਲ ਕੱਢ ਰਿਹਾ ਹੈ। ਇਸ ਤੇ ਮੈਂ ਉਸ ਨੂੰ ਕਿਹਾ, ਤੂੰ ਮੇਰਾ ਭਰਾ ਹੀ ਤਾਂ ਹੈ। ਉਸ ਤੋਂ ਬਾਅਦ ਹਮਲਾਵਰ ਨੇ ਕਿਹਾ, ਨਹੀਂ, ਤੇਰੀ ਤੇ ਮੇਰੀ ਚਮੜੀ ਦਾ ਰੰਗ ਵੱਖਰਾ ਹੈ। ਇਸ ਤੋਂ ਬਾਅਦ ਹਮਲਾਵਰ ਨੇ ਹਥੌੜੇ ਨਾਲ ਹਮਲਾ ਕਰ ਦਿੱਤਾ। ਸੋ ਇਹ ਨਸਲੀ ਜਿਹੜਾ ਹਮਲਾ ਹੈ ਉਸ ਦੀ ਖਬਰ ਅਮਰੀਕਾ ਤੋਂ ਮਿਲੀ ਹੈ ਤੇ ਇਹ ਜਿਹੜਾ ਚਮੜੀ ਦਾ ਰੰਗ ਗੋਰਾ ਕਾਲਾ, ਇਸ ਦੇ ਵਿੱਚ ਫਸ ਕੇ ਪਤਾ ਨਹੀਂ ਕਿੰਨੇ ਲੋਕ ਅੱਜ ਤੱਕ ਕਿੰਨੇ ਇਨਸਾਨਾਂ ਦੀਆਂ ਜਾਨਾਂ ਲੈ ਚੁੱਕੇ ਨੇ ਤੇ ਆਸ ਕਰਦੇ ਹਾਂ ਕਿ ਇਹ ਜਿਹੜੀ ਨਸਲੀ ਨਫ਼ਰਤ ਹੈ ਉਹ ਦਿਲੋਂ ਦਿਮਾਗ ਦੇ ਵਿੱਚੋਂ ਉਤਰ ਜਾਵੇ ਤੇ ਦੁਨੀਆ ਦੇ ਵਿੱਚ ਨਫ਼ਰਤ ਹੈ ਜਿਹੜੀ ਉਹ ਕੁਝ ਕਦਰ ਘਟ ਜਾਵੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।